ਆਪਣੇ ਜਿਹੜੇ ਰਿਸਪੈਕਟਡ ਹੈਗੇ ਐਕਸ ਜਥੇਦਾਰ ਸਾਹਿਬ ਅਕਾਲ ਤਖਤ ਦੇ, ਉਹਨਾਂ ਨੇ ਦੋ ਚਾਰ ਲਫ਼ਜ਼ ਕਹਿ ਦਿਆਂ। ਉਹਨਾਂ ਦੇ ਬਾਰੇ ਕਹਿਣਾ ਤਾਂ ਸੂਰਜ ਨੂੰ ਦੀਵਾ ਦਿਖਾਉਣਾ ਹੈ, ਪਰ ਫਿਰ ਵੀ ਮੇਰਾ ਫਰਜ਼ ਬਣਦਾ ਕਿ ਮੈਂ ਥੋੜੇ ਜਿਹੇ ਲਫ਼ਜ਼ ਕਹਿ ਦਿਆਂ। ਸਿੰਘ ਸਾਹਿਬ ਜਿਹੜੇ ਹੈ ਉਹ ਸਾਡੇ ਐਕਸ ਜਥੇਦਾਰ ਰਹਿ ਚੁੱਕੇ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ 4.5 ਵਾਸਤੇ ਮਿਡ 90s 'ਚ ਰਹੇ ਸੀਗੇ। ਉਹ ਤੋਂ ਬਾਅਦ ਇਹ ਐਕਸ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦੇ, ਜਿੱਥੇ ਕਿ ਉਹਨਾਂ ਨੇ 13 ਸਾਲ ਸੇਵਾ ਨਿਭਾਈ ਹੈ, ਤੇ ਐਕਸ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਜਿੱਥੇ ਕਿ ਉਹਨਾਂ ਨੇ 1 ਸਾਲ ਸੇਵਾ ਨਿਭਾਈ ਹੈ। ਤੇ ਇਹ ਐਕਸ ਪ੍ਰਿੰਸੀਪਲ ਵੀ ਹੈਗੇ, 3 ਸਾਲ ਵਾਸਤੇ ਰਹੇ ਹੈ ਗੁਰਮਤਿ ਕਾਲਜ ਨੈਨੀਤਾਲ ਵਿੱਚ। ਤੇ ਚੇਅਰਮੈਨ ਹੈਗੇ ਪ੍ਰੋਫੈਸਰ ਸਾਹਿਬ ਸਿੰਘ ਗੁਰਮਤਿ ਟਰਸਟ, ਫਾਊਂਡਰ ਚੇਅਰਮੈਨ ਗੁਰਮਤਿ ਸਾਗਰ ਟਰਸਟ ਸ੍ਰੀ ਅਨੰਦਪੁਰ ਸਾਹਿਬ। ਤੇ ਇਹਨਾਂ ਬਾਰੇ ਦੱਸਦੇ ਹਾਂ ਕਿ ਇਹ BA ਐਜੂਕੇਸ਼ਨ 'ਚ ਹੈਗੇ, ਬੈਚਲਰ ਇਨ ਜਰਨਲਿਜ਼ਮ ਹੈਗੇ। ਇਹਨਾਂ ਨੇ ਪੰਜਾਬੀ ਦਾ ਗਿਆਨੀ ਦਾ ਵੀ ਐਗਜ਼ਾਮ ਪਾਸ ਕੀਤਾ ਹੋਇਆ ਹੈ, ਤੇ MA ਮਾਸਟਰਸ ਆਫ ਆਰਟ ਵੀ ਹੈਗੇ ਲਿਟਰੇਚਰ ਵਿੱਚ। ਤੇ ਅੱਜ ਕੱਲ੍ਹ ਜਿਹੜੀਆਂ ਇਹਨਾਂ ਦੀਆਂ ਐਕਟੀਵਿਟੀ ਹੈਗੀਆਂ ਉਹ ਬੜੀਆਂ ਇੰਟਰਸਟਿੰਗ ਹੈ। ਸੋਸ਼ਲ ਇਨੀਸ਼ੀਏਟਿਵ, ਬਾਲ ਆਸ਼ਰਮ ਚਲਾ ਰਹੇ ਹੈ, ਡਰੱਗ ਡੀ ਐਡਿਕਸ਼ਨ ਪ੍ਰੋਗਰਾਮ ਚਲਾ ਰਹੇ ਹੈ। ਇਹ ਮੈਂ ਇਹਨਾਂ ਨੂੰ ਸੁਜੈਸਟ ਕਰਾਂਗਾ ਕਰਨਲ ਸਾਹਿਬ ਨੂੰ, ਜਿਹੜਾ ਕਿ ਲੁਧਿਆਣਾ ਕੋਈ ਇਸ ਤਰ੍ਹਾਂ ਦੀ ਐਫਰਟਸ ਕਰ ਰਹੇ ਹੈ, ਇਹਨਾਂ ਨਾਲ ਕੰਟੈਕਟ ਕਰ ਲੈਣ ਬਾਅਦ 'ਚ। ਐਜੂਕੇਸ਼ਨਲ ਇੰਸਟੀਚਿਊਟ ਵੀ ਇਹ ਚਲਾ ਰਹੇ ਹੈ। ਤੇ ਹੋਰ ਜਿਹੜੀਆਂ ਇੰਟਰਸਟਿੰਗ ਗੱਲਾਂ ਜਿਹੜੀਆਂ ਮੈਨੂੰ ਬੜੀਆਂ ਪਾਈਆਂ ਹੈ ਕਿ ਇਹ ਪ੍ਰੈਜ਼ੀਡੈਂਟ ਰਹੇ ਹੈ ਇੰਟਰ ਰਿਲੀਜੀਅਸ ਸਟੱਡੀਜ਼ ਜਿਹੜੀ ਸੁਸਾਇਟੀ ਆ ਉਹਦੇ ਵੀ ਐਜ਼ ਏ ਪ੍ਰੈਜ਼ੀਡੈਂਟ। ਫਿਰ ਉਹਨਾਂ ਨੇ ਸਰਵ ਕੀਤਾ ਹੈ ਬੋਰਡ ਆਫ ਪ੍ਰੈਜ਼ੀਡੈਂਟ ਆਫ ਵਰਲਡ ਪਾਰਲੀਮੈਂਟ ਆਫ ਰਿਲੀਜਨ। ਇਹ ਬੜੀ ਵੱਡੀ ਇੰਸਟੀਟਿਊਸ਼ਨ ਹੈ, ਜਿਹਦੀ ਤਕਰੀਬਨ 10 ਤੋਂ ਲੈ ਕੇ 15,000 ਬੰਦੇ ਹਰ ਤੀਜੇ ਸਾਲ ਜਾਂ ਚੌਥੇ ਸਾਲ ਇਕੱਠੇ ਹੁੰਦੇ ਹੈ। ਪਿਛਲੀ ਵਾਰੀ ਇਹ ਟੋਰਾਂਟੋ ਹੋਇਆ ਸੀ ਪ੍ਰੋਗਰਾਮ, ਉਹ ਤੋਂ ਪਹਿਲਾਂ ਇਹਦਾ ਪ੍ਰੋਗਰਾਮ ਸਾਲਟ ਲੇਕ ਸਿਟੀ 'ਚ ਹੋਇਆ ਸੀਗਾ। ਤੇ ਐਡਵਾਈਜ਼ਰ ਵੀ ਹੈਗੇ ਵਰਲਡ ਫੋਰਮ ਦੇ ਵਿੱਚ। ਤੇ ਇਹਨਾਂ ਨੂੰ ਟਾਈਟਲ ਮਿਲਿਆ ਹੋਇਆ ਹੈ ਗ੍ਰੀਨ ਗੁਰੂ ਫॉर ਸਟਾਰਟਿੰਗ ਇਨੀਸ਼ੀਏਟਿਵ ਆਫ ਗਿਫਟਿੰਗ ਪਲਾਂਟਸ ਐਜ਼ ਪ੍ਰਸ਼ਾਦ ਫਰਮ ਤਖਤ ਸਾਹਿਬ। ਤੇ ਉਸ ਤੋਂ ਬਾਅਦ ਇਹ ਓਰੀਜਨਲ ਜਿਹੜੀ ਮਾਸਟਰ ਮਾਈਂਡ ਇਹਨਾਂ ਨੇ ਕੰਮ ਕੀਤਾ ਹੈਗਾ ਉਹ ਹੈਗਾ ਕਿ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਰਾਸਤੇ ਖਾਲਸਾ ਸ਼ੁਰੂ ਹੋਣੀ ਸੀ, ਤੇ ਇਹਨਾਂ ਦੇ ਵਿੱਚ ਉਹਨਾਂ ਦਾ ਮੁੱਖ ਸੰਯੋਗ ਰਿਹਾ ਹੈ ਜੀ। ਤੇ ਔਰ ਸਭ ਤੋਂ ਇਹਨਾਂ ਦੀ ਵੱਡੀ ਜਿਹੜੀ ਕੁਆਲੀਫਿਕੇਸ਼ਨ ਹੈ, ਸੋਨੇ ਤੇ ਸੁਹਾਗਾ ਹੈ, ਕਿ ਉਹ ਸਾਡੇ ਡਾਕਟਰ ਓਂਕਾਰ ਸਿੰਘ ਜੀ ਦੇ ਇਹ ਛੋਟੇ ਭਰਾਤਾ ਜੀ ਵੀ ਹਨ। ਇੰਨੀ ਕੋਈ ਇੰਟਰੋਡਕਸ਼ਨ ਦੇ ਕੇ, ਬਾਕੀ ਮੈਂ ਜੇ ਕੋਈ ਗਲਤੀ ਕੀਤੀ ਹੋਵੇ ਤਾਂ ਸਿੰਘ ਸਾਹਿਬ ਜੀ ਮੈਨੂੰ ਮਾਫ ਕਰ ਦੇਣਾ। ਤੇ ਹੁਣ ਸਟੇਜ ਤੁਹਾਡੀ ਹੈ, ਤਕਰੀਬਨ ਅੱਧਾ ਕੁ ਘੰਟਾ ਤੁਸੀਂ ਡਿਸਕਸ ਕਰ ਲਓ, ਤੇ ਉਹ ਤੋਂ ਬਾਅਦ ਮੇਰੇ ਕੋਲ ਤਕਰੀਬਨ 20-25 ਕੁਐਸਚਨ ਹਨ ਜਿਹੜੇ ਕਿ ਸੰਗਤਾਂ ਨੇ ਭੇਜੇ ਹਨ, ਤੇ ਉਹ ਹਰ ਇੱਕ ਬੰਦਾ ਆਪਣੇ ਕੋਲ ਆਪ ਪੁੱਛੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਸਵਾਰਿਓ, ਕਲਗੀਧਰ ਪਾਤਸ਼ਾਹ ਹਜ਼ੂਰ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਇੱਕ ਵਾਰੀ ਫਿਰ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਮੈਨੂੰ ਡਾਕਟਰ ਓਂਕਾਰ ਸਿੰਘ ਹੋ ਰਹੇ, ਉਹਨਾਂ ਦੇ ਰਾਹੀਂ ਤੁਹਾਡੇ ਸਾਰਿਆਂ ਵੱਲੋਂ ਸੰਦੇਸ਼ ਪਹੁੰਚਿਆ ਸੀ, ਆਗਿਆ ਹੋਈ ਸੀ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਜ਼ੂਰ ਦੇ ਵਿੱਚ ਦੀ ਬਾਣੀ ਵਿੱਚ ਇੱਕ ਜੁਗਤ ਗੁਰੂ ਸਾਹਿਬਾਨ ਨੇ ਅਪਣਾਈ ਹੈ, ਪ੍ਰਸ਼ਨੋਤਰੀ, ਪ੍ਰਸ਼ਨਾਂ ਤੇ ਉੱਤਰਾਂ ਦੀ ਜੁਗਤ ਸਮੁੱਚੀ ਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਦੀ ਬਾਣੀ ਵਿੱਚ ਸਾਨੂੰ ਨਜ਼ਰ ਆਉਂਦੀ ਹੈ। ਗੁਰੂ ਸਾਹਿਬ ਨੇ ਸਾਡੇ ਵੱਲੋਂ ਹੀ ਬਹੁਤ ਸਾਰੇ ਪ੍ਰਸ਼ਨ ਜ਼ਿੰਦਗੀ ਦੇ ਵੱਖਰੇ ਵੱਖਰੇ ਪੱਖਾਂ ਨੂੰ ਲੈ ਕੇ ਉਠਾਏ ਹੋਏ ਨੇ, ਤੇ ਫਿਰ ਆਪ ਹੀ ਕਿਰਪਾ ਕਰਕੇ ਸਾਡੇ ਜੀਵਨ ਦੇ ਭਲੇ ਲਈ ਸਾਨੂੰ ਅਗਿਆਨ ਤੋਂ ਗਿਆਨ ਤੱਕ ਦੇ ਸਫ਼ਰ ਨੂੰ ਸਫਲਤਾਪੂਰਵਕ ਤੈਅ ਕਰਨ ਲਈ ਉਹਨਾਂ ਦੇ ਉੱਤਰ ਬਖਸ਼ਿਸ਼ ਕੀਤੇ ਹੋਏ ਨੇ। ਤਕਰੀਬਨ 40 ਸਾਲ ਪਹਿਲਾਂ ਜਦੋਂ ਮੈਂ ਗੁਰਮਤਿ ਕਾਲਜ ਦੇ ਵਿੱਚ ਪ੍ਰਿੰਸੀਪਲ ਸੀ, ਉੱਥੇ ਆਪਣੇ ਹਮਜਮਾਤੀ ਡਾਕਟਰ ਵਿਕਰਮ ਸਿੰਘ ਜੀ ਗੁਰਪ੍ਰਵਾਸੀ, ਉਹਨਾਂ ਨਾਲ ਵਿਚਾਰ ਵਟਾਂਦਰਿਆਂ ਕਰਦਿਆਂ ਇਹ ਖਿਆਲ ਆਇਆ ਕਿ ਇਹ ਜਿਹੜੇ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਡੇ ਵੱਲੋਂ ਉਠਾਏ ਨੇ, ਇਹਨਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਕੱਤਰ ਕਰਕੇ ਫਿਰ ਜਿਹੜੇ ਇਹਨਾਂ ਦੇ ਉੱਤਰ ਮਹਾਰਾਜ ਨੇ ਆਪ ਹੀ ਬਖਸ਼ਿਸ਼ ਕਰਕੇ ਦਿੱਤੇ ਹੈ,
ਉਹਨਾਂ ਨੂੰ ਵੀ ਇਕੱਠਾ ਕਰ ਲਿਆ ਜਾਵੇ ਤੇ ਫਿਰ ਇਹਨਾਂ ਨੂੰ ਸਬਜੈਕਟ ਵਾਈਜ਼ ਰੂਪ ਦੇ ਕੇ ਕਿਤਾਬ ਦੀ ਸ਼ਕਲ ਵਿੱਚ ਛਪਵਾਇਆ ਜਾਵੇ। ਉਸ ਵੇਲੇ ਦਾ ਉਹ ਖਿਆਲ, ਚਲੋ ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ ਉਹ ਪ੍ਰਸ਼ਨ ਤੇ ਇਕੱਤਰ ਹੋ ਗਏ, ਪਰ ਐਸਾ ਸੁਭਾਗਾ ਸਮਾਂ ਨਾ ਬਣ ਸਕਿਆ ਹਾਲਾਤਾਂ ਦੇ ਕਰਕੇ ਕਿ ਮੈਂ ਉਹਨਾਂ ਨੂੰ ਲਿਖਤੀ ਰੂਪ ਦੇ ਕੇ ਸਬਜੈਕਟ ਵਾਈਜ਼ ਕਰਕੇ ਤੇ ਕਿਤਾਬੀ ਸ਼ਕਲ ਵਿੱਚ ਛਪਵਾ ਸਕਾਂ। ਪਿਛਲੇ ਸਾਲ ਹੀ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਕਿ ਬਹੁਤ ਸਾਰੇ ਮਿੱਤਰਾਂ ਪਿਆਰਿਆਂ ਵੱਲੋਂ ਗੁਰੂ ਸਵਾਰੇ ਮੇਰੇ ਗਿਆਨੀ ਜਗਤਾਰ ਸਿੰਘ ਜੀ ਜਾਚਕ ਹੋਰੀ ਸ਼ਾਮਲ ਨੇ, ਅੱਜ ਡਾਕਟਰ ਓਂਕਾਰ ਸਿੰਘ ਜੀ, ਇਹਨਾਂ ਸਾਰਿਆਂ ਦੀ ਪ੍ਰੇਰਨਾ ਨਾਲ ਉਹਨੂੰ ਕਿਤਾਬੀ ਰੂਪ ਦਿੱਤਾ। ਤੇ ਮੇਰਾ ਖਿਆਲ ਹੈ ਡਾਕਟਰ ਓਂਕਾਰ ਸਿੰਘ ਹੋਰਾਂ ਨੇ ਉਸ ਦਾ ਜ਼ਿਕਰ ਤੁਹਾਡੇ ਨਾਲ ਕਰ ਲਿਆ ਹੋਵੇਗਾ ਤੇ ਸ਼ਾਇਦ ਉਹ ਕਿਸੇ ਨਾ ਕਿਸੇ ਤਰ੍ਹਾਂ ਉਪਰਾਲਾ ਕਰਕੇ ਤੁਹਾਡੇ ਸਾਰਿਆਂ ਕੋਲ ਪੁੱਜਦਾ ਵੀ ਕਰ ਸਕਣ। ਗੁਰੂ ਪਿਆਰਿਓ, ਮੈਂ ਆਪ ਜੀ ਨਾਲ ਇਸ ਪੱਖੋਂ ਜਿਹੜੇ ਬਚਨ ਸਾਂਝੇ ਕਰਨਾ ਚਾਹੁੰਦਾ, ਅਸੀਂ ਮਨੁੱਖ ਕਹਾਉਣ ਵਾਲਿਆਂ ਦਾ ਜਿਹੜਾ ਜੀਵਨ ਸਾਨੂੰ ਬਖਸ਼ਿਸ਼ ਹੋਇਆ ਨਾ, ਇਹਦੇ ਨਾਲ ਕਈ ਰਹੱਸਮਈ ਸੱਚਾਈਆਂ ਜੁੜੀਆਂ ਹੋਈਆਂ ਨੇ। ਸਭ ਤੋਂ ਵੱਡਾ ਬਖਸ਼ਿਸ਼ ਭਰਿਆ ਸੱਚ ਤਾਂ ਇਹ ਹੈ ਕਿ ਜਦੋਂ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ, ਸਰੀਰ ਤੇ ਸਾਡੀ ਰੂਹ ਆਤਮਾ ਇਹਦੇ ਸੁਮੇਲ ਨਾਲ ਇਹ ਜੀਵਨ ਸਾਡਾ ਹੋਂਦ ਵਿੱਚ ਆਇਆ। ਇਹਦੇ ਨਾਲ ਨਾਲ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਸੁਰਤ ਰੂਪ ਸ਼ਕਤੀ ਦਿੱਤੀ, ਮਨ ਰੂਪ ਸ਼ਕਤੀ ਦਿੱਤੀ, ਸਾਡੇ ਜੀਵਨ ਵਿੱਚ ਵਿਕਾਰੀ ਬਿਰਤੀਆਂ ਵੀ ਪਾਈਆਂ, ਸਾਡੇ ਜੀਵਨ ਵਿੱਚ ਆਪਣੀ ਜੋਤ ਵੀ ਸਾਡੇ ਅੰਦਰ ਵਾਹਿਗੁਰੂ ਜੀ ਨੇ ਟਿਕਾਈ। ਇਹ ਸਾਰੇ ਕੁਛ ਦਾ ਜ਼ਿਕਰ ਬਾਣੀ ਵਿੱਚ ਮਿਲਦਾ ਹੈ। ਇੱਕ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਬਾਣੀ ਵਿੱਚ ਕਰਦੇ ਹੈ ਕਿ ਇੱਕ ਕਰਤਾ ਪੁਰਖ ਵਾਹਿਗੁਰੂ ਨੇ, ਇੱਕੋ ਹੀ ਵਾਹਿਗੁਰੂ ਨੇ ਜਿਹੜੀ ਸਿਰਜਣਹਾਰ ਹਸਤੀ ਹੈ, ਇਸ ਪੂਰੇ ਬ੍ਰਹਿਮੰਡ ਨੂੰ ਰਚਣ ਵਾਲੀ, ਸਿਰਜਣ ਵਾਲੀ, ਉਸਨੇ ਜਦੋਂ ਸਾਡਾ ਜੀਵਨ ਸਿਰਜਿਆ ਨਾ ਤਾਂ ਸਾਨੂੰ ਇੱਕ ਦਾਤ ਦਿੱਤੀ, ਸੂਝ-ਬੂਝ ਦੀ, ਅਕਲ ਸਿਆਣਪ ਦੀ। ਮਹਾਰਾਜ ਕਹਿੰਦੇ ਹਰ ਕੋ ਨੂੰ ਦਿੱਤੀ ਹੈ ਦਾਤ। ਫਰਮਾਨ ਹੈ ਗੁਰੂਦੇਵ ਦਾ, ਏਕਾ ਸੁਰਤ ਜੇਤੇ ਹੈ ਜੀ, ਸੁਰਤ ਵੀ ਹੋਣਾ ਕੋਈ ਨਾ ਕੀ। ਇਸ ਸੰਸਾਰ ਵਿੱਚ ਮਹਾਰਾਜ ਕਹਿੰਦੇ ਕਿਸੇ ਨੂੰ ਅਕਲ ਸੂਝ ਤੋਂ ਬਿਨਾਂ, ਸਿਆਣਪ ਤੋਂ ਬਿਨਾਂ ਜੀਵਨ ਨਹੀਂ ਬਖਸ਼ਿਆ। ਕੁਝ ਐਕਸੈਪਸ਼ਨਲ ਕੇਸਿਸ ਨੂੰ ਆਪਾਂ ਛੱਡ ਦਈਏ ਤਾਂ ਸਾਡੇ ਸਾਰਿਆਂ ਕੋਲ ਇਹ ਅਕਲ ਸਿਆਣਪ ਦੀ, ਸੂਝ ਦੀ ਦਾਤ ਹੈਗੀ ਹੈ। ਹੁਣ ਅਗਲੀ ਗੱਲ ਮਹਾਰਾਜ ਕਹਿੰਦੇ ਕਿ ਇਹ ਜਿਹੜੀ ਸੂਝ ਤੁਹਾਨੂੰ ਮਿਲੀ ਹੈ, ਸੁਰਤ ਦੇ ਰੂਪ ਵਿੱਚ ਮਿਲੀ ਹੈ, ਇਸ ਨੂੰ ਤੁਸੀਂ ਕਿਸ ਰੂਪ ਵਿੱਚ ਵਰਤਦੇ ਹੋ ਅਕਾਲ ਪੁਰਖ ਦੀ ਰਜ਼ਾ ਵਿੱਚ, ਉਸ ਦੇ ਆਧਾਰ ਤੇ ਤੁਹਾਡੇ ਜੀਵਨ ਦੀ ਕਾਮਯਾਬੀ ਜਾਂ ਅਸਫਲਤਾ ਦਾ ਨਤੀਜਾ ਸਾਹਮਣੇ ਆਉਣਾ ਹੁੰਦਾ ਹੈ। ਜੀਵਨ ਵਿੱਚ ਤੁਸੀਂ ਕਿੰਨੇ ਕੁ ਚਿੰਤਾਤੁਰ ਹੋ ਕੇ, ਡਰੇ ਹੋਏ, ਸਹਿਮੇ ਹੋਏ ਫਿਕਰਾਂ ਵਿੱਚ ਜੀਵਨ ਬਤੀਤ ਕਰਦੇ ਹੋ, ਸ਼ਿਕਵਿਆਂ ਨਾਲ ਭਰੇ ਹੋਏ ਜੀਵਨ ਬਤੀਤ ਕਰਦੇ ਹੋ, ਇਹ ਵੀ ਤੁਹਾਡੀ ਆਪਣੀ ਵਾਹਿਗੁਰੂ ਵੱਲੋਂ ਮਿਲੀ ਹੋਈ ਸੂਝ ਦੇ ਉੱਤੇ ਆਧਾਰਿਤ ਹੈ। ਤੇ ਕਿੰਨੇ ਕੁ ਜੀਵਨ ਨੂੰ ਤੁਸੀਂ ਸ਼ੁਕਰਾਨੇ ਭਰਿਆ, ਸੰਤੁਸ਼ਟੀ ਭਰਿਆ, ਆਨੰਦਮਈ ਬਣਾ ਸਕਦੇ ਹੋ, ਇਹ ਵੀ ਵਾਹਿਗੁਰੂ ਜੀ ਵੱਲੋਂ ਮਿਲੀ ਹੋਈ ਤੁਹਾਡੀ ਸੁਰਤ ਦੇ ਉੱਤੇ ਆਧਾਰਿਤ ਹੈ। ਇਹ ਕਿਵੇਂ ਹੈ? ਮਹਾਰਾਜ ਕਹਿੰਦੇ ਇਸ ਨੂੰ ਜਿਹੜੀ ਵਾਹਿਗੁਰੂ ਵੱਲੋਂ ਮਿਲੀ ਸੁਰਤ ਹੈ, ਸੂਝ ਹੈ, ਅਕਲ ਸਿਆਣਪ ਹੈ, ਇਹਨੂੰ ਕਿਸ ਤਰੀਕੇ ਨਾਲ ਤੁਸੀਂ ਵਰਤਦੇ ਹੋ, ਕਿੰਨੇ ਕੁ ਸੁਚੱਜੇ ਜਾਂ ਕੁਚੱਜੇ ਤਰੀਕੇ ਨਾਲ ਵਰਤਦੇ ਹੋ। ਬਸ ਇੱਥੋਂ ਜ਼ਿੰਦਗੀ ਦੀ ਇਹ ਵੱਖਰੇ ਵੱਖਰੇ ਰਾਹਾਂ ਦੀ, ਵੱਖਰੀਆਂ ਵੱਖਰੀਆਂ ਅਵਸਥਾਵਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ। ਮਹਾਰਾਜ ਬਚਨ ਕਰਦੇ, ਏਕਾ ਸੁਰਤ ਜੇਤੇ ਹੈ ਜੀ, ਸੁਰਤ ਵੀ ਹੋਣਾ ਕੋਈ ਨਾ ਕੀ, ਜਿਹੀ ਸੁਰਤ ਤੇਹਾ ਤਿਨ ਰਾਹ। ਜਿਸ ਤਰ੍ਹਾਂ ਦੀ ਇਸ ਸੁਰਤ ਨੂੰ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਤੁਸੀਂ ਵਰਤ ਲੈਨੇ ਹੋ, ਮਹਾਰਾਜ ਕਹਿੰਦੇ ਉਦਾਂ ਦਾ ਤੁਹਾਡੀ ਜ਼ਿੰਦਗੀ ਦਾ ਮਾਰਗ ਬਣ ਜਾਂਦਾ। ਉਸ ਤਰ੍ਹਾਂ
ਆਵਾਜ਼ ਨਹੀਂ ਆ ਰਹੀ ਜੀ। ਅੰਕਲ ਲੱਗਦਾ ਹੈ ਮਨਜੀਤ ਸਿੰਘ ਜੀ ਨੂੰ ਮਿਊਟ ਕਰ ਦਿੱਤਾ ਗਿਆ ਹੈ। ਮਿਊਟ ਹੈ ਉਹਨਾਂ ਦਾ। ਓਮਕਾਰ ਸਿੰਘ ਜੀ ਅਨਮਿਊਟ ਕਰ ਦਿਓ ਮਨਜੀਤ ਸਿੰਘ ਜੀ ਦਾ ਮਾਈਕ। ਡਾਕਟਰ ਓਮਕਾਰ ਸਿੰਘ ਪ੍ਰੋਫੈਸਰ ਸਾਹਿਬ ਦਾ ਮਾਈਕ ਮਿਊਟ ਕਰ ਦਿਓ। ਆਈ ਹੈ ਜੀ ਆਵਾਜ਼ ਆਈ? ਹਾਂਜੀ ਆ ਰਹੀ ਹੈ ਜੀ, ਹੁਣ ਆ ਰਹੀ ਹੈ ਜੀ, ਸ਼ੁਰੂ ਹੋ ਗਈ। ਅੱਛਾ, ਕਿਤੇ ਓਮਕਾਰ ਸਿੰਘ ਹੋਰਾਂ ਕੋਲੋਂ ਹੱਥ ਲੱਗ ਗਿਆ ਹੋਣਾ ਕਿਤੇ। ਕੋਈ ਗੱਲ ਨਹੀਂ। ਅੱਛਾ, ਮੈਂ ਬਚਨ ਕਰ ਰਿਹਾ ਸੀਗਾ ਕਿ ਗੁਰੂਦੇਵ ਸਾਨੂੰ ਕਹਿੰਦੇ ਕਿ ਵਾਹਿਗੁਰੂ ਜੀ ਵੱਲੋਂ ਮਿਲੀ ਹੋਈ ਜਿਹੜੀ ਸੂਝ ਸਿਆਣਪ ਹੈ ਉਸ ਨੂੰ ਤੁਸੀਂ ਜਿਸ ਤਰੀਕੇ ਨਾਲ ਵੀ ਵਰਤਦੇ ਹੋ ਉਹਦੇ ਉੱਤੇ ਤੁਹਾਡੇ ਜੀਵਨ ਦਾ ਮਾਰਗ ਤੈਅ ਹੁੰਦਾ ਹੈ। ਕੁਚੱਜੇ ਜਾਂ ਸੁਚੱਜੇ ਤਰੀਕੇ ਨਾਲ ਵਰਤੀ ਹੋਈ ਵਾਹਿਗੁਰੂ ਵੱਲੋਂ ਮਿਲੀ ਅਕਲ ਸਿਆਣਪ ਸੂਝ ਦੀ ਵਰਤੋਂ ਤੁਹਾਡੇ ਜੀਵਨ ਨੂੰ ਚਿੰਤਾਵਾਂ ਫਿਕਰਾਂ ਡਰ ਸਹਿਮ ਵਿੱਚ ਵੀ ਲੈ ਕੇ ਜਾ ਸਕਦੀ ਹੈ ਤੇ ਆਨੰਦਮਈ ਸੰਤੁਸ਼ਟੀ ਭਰਿਆ ਸ਼ੁਕਰਾਨੇ ਭਰਿਆ ਜੀਵਨ ਵੀ ਤੁਸੀਂ ਜੀਵ ਸਕਦੇ ਹੋ। ਹੁਣ ਇਸ ਤੋਂ ਅੱਗੇ ਗੱਲ ਚੱਲ ਰਹੀ ਜਿਹੜਾ ਅੱਜ ਦਾ ਵਿਸ਼ਾ ਉਹ ਇੱਥੋਂ ਅਸੀਂ ਅੱਗੋਂ ਸ਼ੁਰੂ ਕਰਦੇ ਹਾਂ। ਉਹ ਇਸ ਤਰ੍ਹਾਂ ਕਿ ਜਦੋਂ ਇਹ ਸੁਰਤ ਨੂੰ ਬੱਚੇ ਦੇ ਜਨਮ ਤੋਂ ਵਰਤਣਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਇਹ ਸੁਰਤ ਇੰਨੀ ਜ਼ਿਆਦਾ ਸਮਰੱਥ ਨਹੀਂ ਹੈ ਕਿ ਇਹ ਆਪਣੇ ਜੀਵਨ ਦੇ ਸੱਚ ਨੂੰ, ਆਪਣੇ ਜੀਵਨ ਦੇ ਮਕਸਦ ਨੂੰ, ਇਹ ਸੰਸਾਰ ਆ ਪਰਿਵਾਰ ਜਿਹੜਾ ਨਜ਼ਰ ਆਉਂਦਾ ਹੈ ਇਸ ਦੇ ਸੱਚ ਨੂੰ, ਇਹਦੇ ਰਿਸ਼ਤਿਆਂ ਦੇ ਬਾਰੇ ਜਿਹੜੀ ਸੋਝੀ ਹੈ ਉਸ ਨੂੰ ਜਾਣ ਸਕੇ, ਜਾਂ ਸੰਸਾਰ ਨੂੰ, ਜਾਂ ਫਿਰ ਇਸ ਦਿਸਦੇ ਪਸਾਰੇ ਨੂੰ, ਤੇ ਜਾਂ ਇਸ ਦਿਸਦੇ ਪਸਾਰੇ ਨੂੰ ਰਚਣ ਵਾਲੇ ਨਿਰੰਕਾਰ। ਇਹ ਸਾਰਾ ਕੁਝ ਬੰਦੇ ਦੀ ਆਪਣੀ ਸਮਝ ਦੇ ਰਾਹੀਂ ਇੰਨਾ ਸਮਰੱਥ ਬੰਦਾ ਨਹੀਂ ਹੁੰਦਾ। ਇਹ ਸਮਰੱਥਾ ਮਹਾਰਾਜ ਕਹਿੰਦੇ ਤੁਹਾਨੂੰ ਫਿਰ ਗ੍ਰਹਿਣ ਕਰਨੀ ਪੈਂਦੀ ਹੈ, ਆਪਣੇ ਬਾਰੇ ਵੀ, ਪਰਿਵਾਰ ਬਾਰੇ ਵੀ, ਸੰਸਾਰ ਬਾਰੇ ਵੀ, ਨਿਰੰਕਾਰ ਬਾਰੇ ਵੀ। ਤੇ ਇਹ ਅਸੀਂ ਆਪਣੇ ਜੀਵਨ ਵਿੱਚ ਸਾਰੇ ਜਾਣੇ ਦੇਖਦੇ ਹਾਂ ਕਿ ਵਰਤਾਰਾ ਚੱਲਦਾ। ਨਿੱਕੀ ਨਿੱਕੀ ਗੱਲ ਜਿਵੇਂ ਜਿਵੇਂ ਬੱਚਾ ਹੋਸ਼ ਸੰਭਾਲਦਾ ਹੈ ਉਹਦੀ ਸੁਰਤ ਜਿਹੜੀ ਹੈ ਉਹ ਵਿਕਸਿਤ ਪ੍ਰਫੁੱਲਤ ਹੋਣ ਲੱਗਦੀ ਹੈ ਤਾਂ ਉਸ ਨੂੰ ਮਹਾਰਾਜ ਬਾਣੀ ਵਿੱਚ ਜ਼ਿਕਰ ਕਰਦੇ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਦੇਵ, ਚੌਥਾ ਪਿਆਰ ਉਪੰਨੀ ਖੇਡ। ਇਹ ਸੁਰਤ ਦੀ ਯਾਤਰਾ ਇਸ ਤਰੀਕੇ ਨਾਲ ਚੱਲਦੀ ਹੈ। ਪਹਿਲਾਂ ਆਪਣੇ ਬਾਰੇ, ਆਪਣੀਆਂ ਭੁੱਖਾਂ ਬਾਰੇ, ਆਪਣੀਆਂ ਲੋੜਾਂ ਬਾਰੇ, ਫਿਰ ਆਪਣੇ ਸਰੀਰ ਬਾਰੇ ਇਹ ਸਮਝ ਆਉਣ ਲੱਗਦੀ ਹੈ, ਫਿਰ ਪਰਿਵਾਰ ਬਾਰੇ ਸਮਝ ਆਉਣ ਲੱਗਦੀ ਹੈ, ਮਾਏ ਬਾਪ ਦੀ ਸੁਧ, ਤੀਜਾ ਭਈਆ ਭਾਬੀ ਦੇਵ। ਇਹ ਰਿਸ਼ਤਿਆਂ ਦਾ ਬੰਦੇ ਨੂੰ ਗਿਆਨ ਪਤਾ ਸਮਝ ਆਉਣ ਲੱਗਦਾ ਹੈ। ਪਰ ਇਹ ਕਿਵੇਂ ਆਉਣ ਲੱਗਦਾ ਹੈ? ਜਿਵੇਂ ਜਿਵੇਂ ਉਹਨੂੰ ਦੱਸਿਆ ਜਾਂਦਾ ਹੈ। ਛੋਟੇ ਛੋਟੇ ਫਿਕਰਿਆਂ ਰਾਹੀਂ, ਸ਼ਬਦਾਂ ਰਾਹੀਂ ਅਸੀਂ ਬੱਚਿਆਂ ਨੂੰ ਦੱਸਦੇ ਹਾਂ, ਇਹ ਤੇਰਾ ਨੱਕ ਹੈ, ਇਹ ਤੇਰੀਆਂ ਅੱਖਾਂ ਨੇ, ਇਹ ਕੰਨ ਨੇ, ਇਹ ਮੂੰਹ ਹੈ, ਹੱਥ ਨੇ, ਵਗੈਰਾ ਵਗੈਰਾ। ਇਹ ਜਾਣਕਾਰੀ ਉਸ ਨੂੰ ਦੂਸਰਿਆਂ ਰਾਹੀਂ ਦਿੱਤੀ ਜਾਂਦੀ ਹੈ। ਇਸੇ ਤਰੀਕੇ ਨਾਲ ਹੀ ਇਹ ਗਿਆਨ ਦਾ ਜਿਹੜਾ ਦੂਸਰਿਆਂ ਰਾਹੀਂ ਮਿਲਣਾ ਹੈ ਨਾ, ਇਸੇ ਨੂੰ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਆ ਕਿ ਭਾਈ ਜਿਵੇਂ ਜਿਵੇਂ ਤੁਸੀਂ ਪਰਿਵਾਰ ਦੇ ਵਿੱਚ ਵਿਚਰਦੇ ਹੋ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਆਪਣੇ ਬਾਰੇ ਤੇ ਪਰਿਵਾਰ ਬਾਰੇ ਪਤਾ ਲੱਗਦੀਆਂ ਨੇ, ਪਰ ਇੱਥੇ ਨਾਲ ਹੀ ਤੁਹਾਨੂੰ ਇਹ ਵੀ ਪਤਾ ਲੱਗਣ ਲੱਗਦਾ ਹੈ ਕਿ ਕਿਹੜੀ ਗੱਲ ਤੁਸੀਂ ਕਿਸ ਵੇਲੇ ਕਰਨੀ ਹੈ, ਕਿਹੜੀ ਨਹੀਂ ਕਰਨੀ, ਕਿਹੜੀ ਗੱਲ ਨਾਲ ਤੁਹਾਨੂੰ ਪਿਆਰ ਮਿਲ ਸਕਦਾ ਹੈ, ਕਿਹੜੀ ਗੱਲ ਜਿਹੜੀ ਹੈ ਤੁਹਾਨੂੰ ਝਿੜਕਾਂ ਪਵਾ ਸਕਦੀ ਹੈ, ਕਿਹੜੀ ਚੀਜ਼ ਖਾ ਕੇ ਤੁਸੀਂ ਤੰਦਰੁਸਤ ਰਹਿ ਸਕਦੇ ਹੋ, ਕਿਹੜੀ ਚੀਜ਼ ਤੁਸੀਂ ਨਹੀਂ ਖਾਣੀ। ਹਾਲਾਂਕਿ ਬੱਚਾ ਤੇ ਆਪਣੇ ਸੁਭਾਅ ਮੁਤਾਬਕ ਜਿਹੜਾ ਵਾਹਿਗੁਰੂ ਜੀ ਨੇ ਬਣਾਇਆ, ਗੁਰੂ ਸਾਹਿਬ ਕਹਿੰਦੇ ਚੰਚਲ ਮਤ ਬਾਰਕ ਬਪਰੇ ਕੀ ਸਰ ਪਗਨ ਕਰ ਮਿਲੈ। ਬੱਚੇ ਵਿੱਚ ਚੰਚਲਤਾ ਹੈ, ਉਹਦੀ ਸੁਰਤ ਜਿਹੜੀ ਹੈ ਉਹ ਕੁਝ ਇਸ ਤਰ੍ਹਾਂ ਦੀ ਵਾਹਿਗੁਰੂ ਜੀ ਨੇ ਘੜੀ ਹੈ ਕਿ ਉਹਨੂੰ ਸ਼ਰਾਰਤਾਂ ਚੰਗੀਆਂ ਲੱਗਦੀਆਂ, ਚੀਜ਼ਾਂ ਦੀ ਤੋੜ ਫੋੜ ਚੰਗੀ ਲੱਗਦੀ ਹੈ। ਇੱਥੋਂ ਤੱਕ ਗੁਰੂ ਸਾਹਿਬ ਕਹਿੰਦੇ ਕਿ ਸੱਪ ਫਿਰਦਾ ਹੋਵੇ ਨਾ ਤੇ ਉਹਦੀ ਚਮਕ, ਉਸ ਦਾ ਚੱਲਣਾ ਬੱਚੇ ਨੂੰ ਆਕਰਸ਼ਿਤ ਕਰਦਾ ਤੇ ਉਹਦੇ ਨਾਲ ਖੇਡਣਾ ਚਾਹੁੰਦਾ ਹੈ। ਅੱਗ ਦੀ ਚਮਕ ਬੱਚੇ ਨੂੰ ਚੰਗੀ ਲੱਗਦੀ ਹੈ, ਉਹਦੇ ਨਾਲ ਖੇਡਣਾ ਚਾਹੁੰਦਾ ਹੈ। ਪਰ
ਮਾਂ ਪਿਓ ਨੂੰ ਪਤਾ ਹੈ ਕਿ ਜੇ ਇਹਨਾਂ ਚੀਜ਼ਾਂ ਨਾਲ ਖੇਡਣ ਦਿੱਤਾ ਗਿਆ ਤਾਂ ਇਸ ਦਾ ਨੁਕਸਾਨ ਹੋ ਜਾਏਗਾ, ਤੇ ਉਸ ਨੂੰ ਫਿਰ ਸੋਝੀ ਦਿੱਤੀ ਜਾਂਦੀ ਹੈ ਮਾਂ ਪਿਓ ਵੱਲੋਂ ਕਿ ਭਾਈ ਤੂੰ ਇਹ ਨਹੀਂ ਕਰਨਾ, ਆ ਤੂੰ ਕਰਨਾ ਹੈ ਤੇ ਇਹ ਤੂੰ ਨਹੀਂ ਕਰਨਾ। ਇਥੋਂ ਡੂਜ਼ ਦੀ ਗੱਲ ਤੇ ਡੋਂਟਸ ਦੀ ਗੱਲ ਜਿਹੜੀ ਹੈ, ਕਰਨ ਯੋਗ ਤੇ ਨਾ ਕਰਨ ਯੋਗ ਦੇ ਗਿਆਨ ਦੀ ਪ੍ਰਾਪਤੀ ਦੀ ਗੱਲ ਪਰਿਵਾਰ ਵਿੱਚੋਂ ਸ਼ੁਰੂ ਹੁੰਦੀ। ਚੱਲਦਿਆਂ ਚੱਲਦਿਆਂ ਬੱਚਾ ਜਦੋਂ ਵਿਕਾਸ ਕਰਦਾ ਹੈ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ ਫਿਰ ਉਸ ਨੂੰ ਮਾਂ ਪਿਓ ਕਹਿੰਦੇ ਆ ਵੀ ਇਹਨੂੰ ਸਕੂਲ ਭੇਜਿਆ ਜਾਵੇ। ਉੱਥੇ ਜੋ ਕੁਝ ਅਸੀਂ ਗਿਆਨ ਨਹੀਂ ਦੇ ਸਕੇ ਉੱਥੋਂ ਇਸ ਨੂੰ ਮਿਲੇ। ਇੱਕ ਉਹ ਇੰਸਟੀਟਿਊਸ਼ਨ ਫਿਰ ਉਸ ਦੇ ਜੀਵਨ ਵਿੱਚ ਪ੍ਰਵੇਸ਼ ਕਰਦੀ ਹੈ। ਤੀਸਰੀ ਇੱਕ ਇੰਸਟੀਟਿਊਸ਼ਨ ਉਹਦੇ ਜੀਵਨ ਵਿੱਚ ਗਿਆਨ ਦੀ ਪ੍ਰਾਪਤੀ ਲਈ ਉਹਦੇ ਨਾਲ ਜੁੜਦੀ ਹੈ, ਉਹ ਹੈ ਧਰਮਸਾਲ, ਧਰਮ ਮੰਦਰ। ਆਪੋ ਆਪਣੇ ਧਾਰਮਿਕ ਵਿਸ਼ਵਾਸ ਅਨੁਸਾਰ ਕੋਈ ਕ੍ਰਿਸਚੈਨਿਟੀ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਉਹਦੇ ਮਾਂ ਪਿਓ ਜਾਂ ਵੱਡੇ ਵਡੇਰੇ ਉਹਨੂੰ ਚਰਚ ਲੈ ਕੇ ਜਾਂਦੇ ਹੈ। ਅਸੀਂ ਗੁਰੂ ਕੇ ਸਿੱਖ ਕਹਾਉਣ ਵਾਲੇ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹਾਂ, ਕੋਈ ਮੰਦਿਰ ਲੈ ਕੇ ਜਾਂਦਾ ਹੈ, ਕੋਈ ਮਸਜਿਦ ਲੈ ਕੇ ਜਾਂਦਾ ਹੈ। ਇਸੇ ਤਰ੍ਹਾਂ ਆਪੋ ਆਪਣੇ ਧਾਰਮਿਕ ਵਿਸ਼ਵਾਸ ਅਨੁਸਾਰ ਅਸੀਂ ਆਪਣੀਆਂ ਉਸ ਧਰਮ ਦਾ ਗਿਆਨ ਕਰਾਉਣ ਵਾਲੀਆਂ, ਧਰਮ ਦੀ ਸੋਝੀ ਕਰਾਉਣ ਵਾਲੀਆਂ ਜਿਹੜੀਆਂ ਸਾਡੀਆਂ ਧਰਮਸ਼ਾਲਾਵਾਂ ਨੇ, ਸਾਡੇ ਧਰਮ ਅਸਥਾਨ ਨੇ, ਉੱਥੇ ਅਸੀਂ ਲੈ ਕੇ ਜਾਂਦੇ ਹਾਂ। ਉੱਥੇ ਜਾ ਕੇ ਬੱਚੇ ਨੂੰ ਧਾਰਮਿਕ ਪੱਖ ਤੋਂ ਸੋਝੀ ਕਰਾਈ ਜਾਂਦੀ ਹੈ ਕਿ ਭਾਈ ਤੇਰੇ ਜੀਵਨ ਦਾ ਆਹ ਮਕਸਦ ਹੈ, ਤੈਨੂੰ ਜੀਵਨ ਦੇ ਵਿੱਚ ਜੇ ਗੁਰੂ ਘਰ ਦੇ ਨਾਲ ਜੁੜੇਗਾ, ਬਾਣੀ ਨਾਲ ਜੁੜੇਗਾ, ਪਾਠ ਕਰੇਗਾ, ਸੇਵਾ ਕਰੇਗਾ ਤਾਂ ਤੈਨੂੰ ਇਹ ਖੁਸ਼ੀ ਮਿਲੇਗੀ, ਇਹ ਖੁਸ਼ੀ ਮਿਲੇਗੀ। ਜਿਸ ਤਰੀਕੇ ਨਾਲ ਸਾਨੂੰ ਗੁਰਬਾਣੀ ਵਿੱਚ ਮਿਸਾਲ ਮਿਲਦੀ ਹੈ ਕਿ ਬਾਬਾ ਫਰੀਦ ਜੀ ਜਿਹੜੇ ਆਪਣੀ ਮਾਤਾ ਦੇ ਰਾਹੀਂ ਇਹ ਉਪਦੇਸ਼ ਦ੍ਰਿੜ ਕਰਵਾਇਆ ਗਿਆ ਉਹਨਾਂ ਨੂੰ ਕਿ ਬੇਟਾ ਜੇ ਤੁਸੀਂ ਆਪਣਾ ਰੱਬ ਦਾ ਨਾਮ ਲਓਗੇ ਤਾਂ ਤੁਹਾਨੂੰ ਰੱਬ ਬੜੀਆਂ ਦਾਤਾਂ ਦੇਗਾ। ਤੇ ਬਾਬਾ ਫਰੀਦ ਜੀ ਜਿਹੜੇ ਨੇ ਉਹ ਸ਼ੱਕਰ ਹੀ ਪਸੰਦ ਕਰਦੇ ਆ। ਬੱਚੇ ਦੀਆਂ ਭੁੱਖਾਂ ਛੋਟੀਆਂ ਹੁੰਦੀਆਂ ਨੇ, ਬੱਚੇ ਦੀਆਂ ਇੱਛਾਵਾਂ ਛੋਟੀਆਂ ਹੁੰਦੀਆਂ ਨੇ, ਬੱਚੇ ਦੀਆਂ ਲੋੜਾਂ ਜਿਹੜੀਆਂ ਨੇ ਉਹ ਬੜੀਆਂ ਸੀਮਤ ਜਿਹੀਆਂ ਹੁੰਦੀਆਂ ਨੇ ਤੇ ਉਹ ਉਸੇ ਆਪਣੀਆਂ ਛੋਟੀਆਂ ਭੁੱਖਾਂ ਇੱਛਾਵਾਂ ਦੇ ਸੰਸਾਰ ਵਿੱਚ ਜਿਉਂਦਾ। ਉੱਥੇ ਬਾਬਾ ਫਰੀਦ ਜੀ ਕਹਿੰਦੇ ਵੀ ਮੈਨੂੰ ਰੱਬ ਦੀ ਸ਼ੱਕਰ ਦੇ ਦੇਣਗੇ, ਜਿਹੜੀ ਤੁਸੀਂ ਸਾਖੀ ਸਾਰਿਆਂ ਨੇ ਸੁਣੀ ਵੀ ਹੋਣੀ ਹੈ ਬਹੁਤਿਆਂ ਨੇ। ਤੇ ਉਹ ਕਹਿੰਦੇ ਵੀ ਹਾਂ ਸ਼ੱਕਰ ਵੀ ਤੈਨੂੰ ਮਿਲੇਗੀ ਜੇ ਤੂੰ ਵਾਹਿਗੁਰੂ ਜੀ ਨੂੰ ਯਾਦ ਕਰੇਗਾ, ਅੱਲਾਹ ਤਾਲਾ ਨੂੰ। ਤੇ ਉਹ ਇਸ ਵਿਸ਼ਵਾਸ ਵਿੱਚ ਅੱਲਾਹ ਤਾਲਾ ਦਾ ਨਾਮ ਜਪਣ ਲੱਗ ਗਏ। ਤੇ ਮਾਤਾ ਨੇ ਕਰਨਾ ਕਿ ਸਿਰਹਾਣੇ ਥੱਲੇ ਸ਼ੱਕਰ ਰੱਖ ਦੇਣੀ ਤੇ ਬਾਬਾ ਜੀ ਨੂੰ ਕਹਿਣਾ, ਬਾਬਾ ਫਰੀਦ ਜੀ ਨੂੰ ਕਿ ਦੇਖ ਹੁਣ ਤੂੰ ਅੱਲਾਹ ਤਾਲਾ ਦਾ ਨਾਮ ਲਿਆ, ਸਿਰਹਾਣਾ ਚੁੱਕ ਕੇ ਦੇਖ, ਵਾਹਿਗੁਰੂ ਜੀ ਨੇ, ਅੱਲਾਹ ਤਾਲਾ ਨੇ ਤੇਰੇ ਸਿਰਹਾਣੇ ਥੱਲੇ ਸ਼ੱਕਰ ਰੱਖਤੀ, ਤੇਰੀ ਗੱਲ ਪੂਰੀ ਕਰ। ਇੱਥੋਂ ਵਿਸ਼ਵਾਸ ਵੱਜਿਆ ਤੇ ਇੱਕ ਸਮਾਂ ਐਸਾ ਆਇਆ ਜਦੋਂ ਅੱਲਾਹ ਤਾਲਾ ਦੇ ਮਾਂ ਦੇ ਰਾਹੀਂ ਇਹ ਪ੍ਰਾਪਤ ਕੀਤੇ ਹੋਏ ਗਿਆਨ ਨੂੰ ਦ੍ਰਿੜ ਕਰਦਿਆਂ ਕਰਦਿਆਂ, ਕਮਾਉਂਦਿਆਂ ਕਮਾਉਂਦਿਆਂ ਇੱਕ ਸਮਾਂ ਆਇਆ ਬਾਬਾ ਫਰੀਦ ਜੀ ਨੂੰ ਇਸ ਗੱਲ ਦਾ ਵੀ ਗਿਆਨ ਹੋ ਗਿਆ ਕਿ ਇਹ ਜਿਹੜਾ ਸ਼ੱਕਰ ਦਾ ਮੈਨੂੰ ਰਸ ਆਉਂਦਾ ਸੀ ਜਾਂ ਹੋਰ ਮਿੱਠੀਆਂ ਚੀਜ਼ਾਂ ਦਾ ਰਸ ਆਉਂਦਾ ਸੀ, ਵਾਹਿਗੁਰੂ ਜੀ ਦੇ ਸਿਮਰਨ ਵਿੱਚੋਂ, ਬੰਦਗੀ ਵਿੱਚੋਂ, ਤੇ ਇਹਦੇ ਨਾਲੋਂ ਵੀ ਕਿਤੇ ਜ਼ਿਆਦਾ ਰਸ ਆਉਂਦਾ ਹੈ। ਉਹਨਾਂ ਨੇ ਜਦੋਂ ਇਸ ਗੱਲ ਦਾ ਅਨੁਭਵ ਕੀਤਾ ਤੇ ਉਹਨਾਂ ਨੇ ਆਪਣੇ ਮੁਖੋਂ ਜੋ ਬਚਨ ਉਚਾਰੇ ਇਸ ਪ੍ਰਥਾਏ, ਉਹ ਗੁਰਬਾਣੀ ਵਿੱਚ ਦਰਜ ਨੇ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਿ ਵਾਹਿਗੁਰੂ ਜੀ ਤੁਹਾਡੇ ਨਾਮ ਸਿਮਰਨ, ਤੁਹਾਡੀ ਭਜਨ ਬੰਦਗੀ ਦਾ ਜਿਹੜਾ ਰਸ ਹੈ ਉਹਦੇ ਬਰਾਬਰ ਇਹ ਵਸਤੂਆਂ ਨਹੀਂ ਹਨ। ਹਾਲਾਂਕਿ ਯਾਤਰਾ ਸ਼ੁਰੂ ਹੋਈ ਸੀ ਗਿਆਨ ਦੀ ਸ਼ੱਕਰ ਤੋਂ, ਕਿ ਸ਼ੱਕਰ ਮਿਲਦੀ ਹੈ ਜੇ ਅੱਲਾਹ ਤਾਲਾ ਦਾ ਨਾਮ ਲਿਆ ਜਾਵੇ, ਪਰ ਉਹ ਗਿਆਨ ਦੀ ਕਮਾਈ, ਉਸ ਗਿਆਨ ਦਾ ਵਿਸਥਾਰ ਵਾਹਿਗੁਰੂ ਜੀ ਵੱਲੋਂ ਮਿਲੀ ਹੋਈ ਸੋਝੀ ਨਾਲ ਇੱਥੇ ਤੱਕ ਬਾਬਾ ਜੀ ਨੂੰ ਲੈ ਗਿਆ ਕਿ ਉਹ ਬ੍ਰਹਮ ਵੇਤਾ ਪੁਰਸ਼ ਬਣ ਗਏ, ਰੱਬ ਦਾ ਰੂਪ ਹੋ ਗਏ। ਮੈਂ ਜਿਹੜੀ ਬੇਨਤੀ ਕਰਨ ਲੱਗਿਆ ਸੀਗਾ ਆਪ ਜੀ ਨਾਲ ਕਿ 3 ਇੰਸਟੀਟਿਊਸ਼ਨਸ ਸਾਡੇ ਲਈ ਮੁੱਖ ਤੌਰ ਤੇ ਗਿਆਨ ਦਾ ਸਾਧਨ ਬਣਦੀਆਂ ਨੇ। ਵਾਹਿਗੁਰੂ ਵੱਲੋਂ ਮਿਲੀ ਹੋਈ ਸਾਨੂੰ ਜਿਹੜੀ ਸੋਝੀ ਹੈ, ਉਸ ਸੋਝੀ ਦੀ ਕੁਚੱਜੀ ਜਾਂ ਸੁਚੱਜੀ ਵਰਤੋਂ ਕਰਨ ਲਈ ਇਹ 3
ਇੰਸਟੀਟਿਊਸ਼ਨਸ ਜਿਹੜੀਆਂ ਨੇ ਉਹ ਜ਼ਿੰਮੇਵਾਰ ਬਣਦੀਆਂ ਨੇ। ਪਹਿਲਾਂ ਪਰਿਵਾਰ, ਫਿਰ ਸਕੂਲ ਤੇ ਤੀਸਰਾ ਧਰਮਸਾਲ, ਧਰਮ ਅਸਥਾਨ। ਹੁਣ ਇਹਦੇ ਵਿੱਚੋਂ ਜੇ ਤਾਂ ਸਹੀ ਤਰੀਕੇ ਨਾਲ ਅਗਵਾਈ ਬੱਚੇ ਨੂੰ ਮਿਲੇ, ਹੁਣ ਛੋਟੇ ਛੋਟੇ ਬੱਚੇ ਦੇ ਪ੍ਰਸ਼ਨ ਹੁੰਦੇ ਹੈ, ਇਹ ਕਿਉਂ ਹੁੰਦਾ ਹੈ, ਇਹ ਕੌਣ ਹੈ, ਇਹ ਚੀਜ਼ ਇਸ ਤਰ੍ਹਾਂ ਕਿਉਂ ਹੈ। ਬੱਚੇ ਦੇ ਪ੍ਰਸ਼ਨ ਇੰਨੇ ਜ਼ਿਆਦਾ ਹੁੰਦੇ ਹੈ, ਉਹਦੀ ਜਗਿਆਸਾ ਇੰਨੀ ਜ਼ਿਆਦਾ ਵਧੀ ਹੋਈ ਹੁੰਦੀ ਹੈ ਕਿ ਉਹ ਪੁੱਛੀ ਜਾਂਦਾ ਹੈ, ਪੁੱਛੀ ਜਾਂਦਾ ਹੈ। ਕਈ ਵਾਰੀ ਮਾਂ ਪਿਓ ਵੀ ਤੰਗ ਪੈ ਜਾਂਦੇ ਹੈ, ਭਈ ਇਹ ਹੁਣ ਚੁੱਪ ਹੀ ਨਹੀਂ ਕਰਦਾ, ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਹੈ। ਪਰ ਬੱਚੇ ਦੇ ਪ੍ਰਸ਼ਨ ਇਸ ਗੱਲ ਦਾ ਪ੍ਰਮਾਣ ਹੁੰਦੇ ਨੇ ਕਿ ਉਹ ਆਪਣੇ ਗਿਆਨ ਵਿੱਚ ਵਾਧਾ ਕਰਨਾ ਚਾਹੁੰਦਾ ਹੈ। ਇਹ ਵਾਹਿਗੁਰੂ ਜੀ ਨੇ ਸਾਡੇ ਹਰ ਇੱਕ ਮਨੁੱਖ ਕਹਾਉਣ ਵਾਲਿਆਂ ਦੇ ਅੰਦਰ ਇਸ ਤਰ੍ਹਾਂ ਦੀ ਮਨੋ ਅਵਸਥਾ ਪਾਈ ਹੈ ਕਿ ਅਸੀਂ ਭਾਵੇਂ ਸਿਆਣਪ ਸੂਝ ਦੇ ਮਾਲਕ ਹਾਂ, ਪਰ ਉਸ ਸਮਝ ਦੇ ਵਿੱਚ ਇੰਨੇ ਸਮਰੱਥ ਨਹੀਂ ਹੁੰਦੇ ਕਿ ਸਾਨੂੰ ਹਰ ਗੱਲ ਜਿਹੜੀ ਹੈ ਆਪਣੇ ਆਪ ਪਤਾ ਹੋਵੇ। ਦੂਜਿਆਂ ਕੋਲੋਂ ਅਸੀਂ ਸਿੱਖਦੇ ਹਾਂ। ਇਹ ਸਿੱਖਦਿਆਂ ਸਿੱਖਦਿਆਂ ਸਾਡੇ ਪ੍ਰਸ਼ਨ ਜਿਹੜੇ ਨੇ ਉਹਨਾਂ ਦਾ ਘੇਰਾ ਸਮੇਂ ਦੇ ਨਾਲ ਨਾਲ ਇੰਨਾ ਵਿਸਤ੍ਰਿਤ ਹੁੰਦਾ ਜਾਂਦਾ ਹੈ ਕਿ ਇੱਕ ਸਮਾਂ ਆਉਂਦਾ ਹੈ ਜਦੋਂ ਅਸੀਂ ਆਪਣੇ ਸਰੀਰ ਤੋਂ ਲੈ ਕੇ ਫਿਰ ਆਪਣੀ ਜਿਹੜੀ ਸਮਝ ਹੈ ਉਸ ਦੇ ਵਿਸਥਾਰ ਤੋਂ ਚੱਲਦਿਆਂ ਚੱਲਦਿਆਂ ਨਿੱਜ ਤੋਂ ਪਰਿਵਾਰ, ਪਰਿਵਾਰ ਤੋਂ ਸੰਸਾਰ, ਸੰਸਾਰ ਤੋਂ ਨਿਰੰਕਾਰ ਤੱਕ ਆਪਣੇ ਗਿਆਨ ਨੂੰ ਵਿਕਸਿਤ ਕਰਦੇ ਜਾਂਦੇ ਹਾਂ, ਜੇ ਸਾਨੂੰ ਸੰਭਾਵਨਾਵਾਂ ਮਿਲਦੀਆਂ ਜਾਣ। ਇਹਦੇ ਵਾਸਤੇ ਸਾਨੂੰ ਅਕਾਲ ਪੁਰਖ ਜੀ ਨੇ ਇੱਕ ਮਹਾਦਾਨ ਦਿੱਤਾ, ਗੁਰੂ ਦਾ, ਅਧਿਆਪਕਾਂ ਦਾ, ਸਿਆਣੇ ਬੰਦਿਆਂ ਦਾ। ਮਹਾਰਾਜ ਕਹਿੰਦੇ ਇਹ ਜਿਹੜਾ ਮਹਾਦਾਨ ਮਿਲਿਆ ਹੋਇਆ ਨਾ, ਗਿਆਨੀਆਂ ਦੇ ਰਾਹੀਂ ਗਿਆਨ ਪ੍ਰਾਪਤ ਕਰਨ ਦਾ, ਜੇ ਤੇ ਤੁਹਾਨੂੰ ਖੁਸ਼ਕਿਸਮਤੀ ਨਾਲ ਇਹ ਸਾਂਝ, ਇਹ ਸਤਸੰਗਤ, ਇਹ ਰਿਸ਼ਤੇ ਗਿਆਨਵਾਨ ਪੁਰਸ਼ਾਂ ਦੇ ਮਿਲ ਜਾਣ, ਭਾਵੇਂ ਉਹ ਪਰਿਵਾਰ ਵਿੱਚੋਂ ਮਿਲਦੇ ਹੈ, ਭਾਵੇਂ ਉਹ ਇੰਸਟੀਟਿਊਸ਼ਨ ਸਕੂਲ ਵਿੱਚੋਂ ਮਿਲਦੇ ਹੈ, ਤੇ ਭਾਵੇਂ ਉਹ ਧਰਮਸਾਲ ਵਿੱਚੋਂ ਮਿਲਦੇ ਹੈ, ਫਿਰ ਤੇ ਬਖਸ਼ਿਸ਼ਾਂ ਦਾ ਦਰ ਖੁੱਲਦਾ ਹੈ ਤੇ ਤੁਹਾਡਾ ਗਿਆਨ ਅਗਿਆਨ ਤੋਂ ਚੱਲਦਿਆਂ ਚੱਲਦਿਆਂ ਬ੍ਰਹਮ ਗਿਆਨ ਤੱਕ ਪਹੁੰਚ ਜਾਂਦਾ ਹੈ। ਇਹ ਸੰਗਤ ਦਾ ਅਸਰ, ਰਿਸ਼ਤੇ ਗਿਆਨੀਆਂ ਨਾਲ, ਸਮਝਦਾਰਾਂ ਨਾਲ ਬਣਿਆ ਹੋਇਆਂ ਦਾ ਇਹ ਨਤੀਜਾ ਹੈ। ਪਰ ਜੇ ਮਾਂ ਪਿਓ ਵੀ ਜਿਹੜੇ ਨੇ ਉਹ ਉਸ ਤਰ੍ਹਾਂ ਦਾ ਗਿਆਨ ਨਾ ਰੱਖਣ ਵਾਲੇ ਹੋਣ, ਮੈਂ ਜੇ ਸਪਸ਼ਟ ਲਫ਼ਜ਼ਾਂ ਵਿੱਚ ਆਖਾਂ, ਜੇ ਉਹੀ ਵਿਕਾਰੀ ਬਿਰਤੀਆਂ ਦਾ ਸ਼ਿਕਾਰ ਹੋਣ, ਨਸ਼ਿਆਂ ਦੇ ਮਾਰੇ ਹੋਏ ਹੋਣ, ਰੰਗ ਤਮਾਸ਼ਿਆਂ ਵਿੱਚ ਗਲਤਾਨ ਹੋਏ ਹੋਣ, ਰਿਸ਼ਤਿਆਂ ਦੀ ਸੁਚਮਤਾ ਉਹ ਆਪਣੇ ਪਰਿਵਾਰ ਵਿੱਚ ਨਾ ਕਾਇਮ ਰੱਖ ਸਕਦੇ ਹੋਣ, ਤਾਂ ਫਿਰ ਉਹਨਾਂ ਵੱਲੋਂ ਜਿਹੜੀ ਮਿਲਣੀ ਹੈ ਨਾ ਸੋਝੀ, ਉਹ ਸੋਝੀ ਦੀ ਬਜਾਏ ਉਹਨਾਂ ਨੂੰ ਉਹ ਕੁਮੱਤ ਵਾਲੇ ਪਾਸੇ ਪਰਿਵਾਰ ਵਿੱਚੋਂ ਹੀ ਵਾਤਾਵਰਨ ਮਿਲਣਾ ਸ਼ੁਰੂ ਹੋ ਜਾਂਦਾ ਹੈ, ਮਾੜੇ ਸੰਸਕਾਰ ਮਿਲਣੇ ਸ਼ੁਰੂ ਹੋ ਜਾਂਦੇ ਹੈ, ਜਿਸ ਨੂੰ ਅਸੀਂ ਕੁਸੰਗਤ ਆਖਦੇ ਹਾਂ, ਮਾੜਿਆਂ ਦੀ ਸੰਗਤ ਆਖਦੇ ਹਾਂ। ਉੱਥੇ ਬੱਚੇ ਦੀ ਸ਼ਖਸੀਅਤ ਜਿਹੜੀ ਹੈ ਉਹ ਫਿਰ ਬ੍ਰਹਮਵੇਤਾ ਬਣਨ ਦੀ ਬਜਾਏ ਉਸ ਸੰਸਾਰ ਦੀ ਅਗਿਆਨਤਾ ਵਾਲੀ, ਬੇਸੰਜਮੀ ਜ਼ਿੰਦਗੀ ਵਾਲੀ ਮਨੋ ਅਵਸਥਾ ਜਿਹੜੀ ਹੈ ਉਸ ਦਾ ਸ਼ਿਕਾਰ ਹੋ ਕੇ ਅਸਫਲ ਵਾਲੇ ਹੋਣ ਵਾਲੇ ਪਾਸੇ ਤੁਰ ਪੈਂਦੀ ਹੈ। ਇਸੇ ਤਰ੍ਹਾਂ ਹੀ ਸਕੂਲ ਦੇ ਵਿੱਚ ਜੇ ਅਧਿਆਪਕ ਉਸ ਤਰ੍ਹਾਂ ਦੀ ਪਰ ਉਪਕਾਰੀ ਬਿਰਤੀ ਵਾਲਾ ਸੁਭਾਅ ਨਹੀਂ ਰੱਖਦਾ, ਜਾਂ ਉਹਦੇ ਕੋਲ ਸੰਤੁਸ਼ਟੀਜਨਕ ਗਿਆਨ ਨਹੀਂ ਹੈ, ਤਾਂ ਵੀ ਬੱਚੇ ਦੀ ਸ਼ਖਸੀਅਤ ਨੂੰ ਘੜਨ ਵਿੱਚ ਜਿਹੜਾ ਅਧਿਆਪਕ ਦਾ ਹੁੰਦਾ। ਇਸੇ ਤਰ੍ਹਾਂ ਹੀ ਧਰਮਸਾਲ ਦੇ ਵਿੱਚ ਜਿੱਥੇ ਧਾਰਮਿਕ ਸ਼੍ਰੇਣੀ ਬੈਠੀ ਹੈ, ਉਹ ਧਾਰਮਿਕ ਸ਼੍ਰੇਣੀ ਜਾਂ ਉਸ ਧਰਮ ਅਸਥਾਨ ਦੇ ਪ੍ਰਬੰਧ ਨੂੰ ਚਲਾਉਣ ਵਾਲੇ ਜਿਹੜੇ ਨੇ ਉਹ ਵੀ ਸੁਚੱਜੀ ਸੂਝ-ਬੂਝ ਰੱਖਣ ਵਾਲੇ ਨਹੀਂ ਹਨ। ਤਾਂ ਉੱਥੇ ਵੀ ਜਦੋਂ ਬੱਚਾ ਜਾਏਗਾ, ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਦੇ ਅਨੁਭਵ ਘੱਟ ਜਾਂ ਵੱਧ ਹੋ ਚੁੱਕੇ ਹੋਏ ਨੇ, ਤਾਂ ਉੱਥੇ ਵੀ ਜਿਹੜਾ ਉਹ ਵਾਹਿਗੁਰੂ ਜੀ ਨਾਲ ਜੁੜਨ ਦਾ, ਅਧਿਆਤਮਕ ਗਿਆਨ ਦੀ ਪ੍ਰਾਪਤੀ ਦਾ ਇੱਕ ਮੌਕਾ ਉੱਥੇ ਮਿਲਣਾ ਹੁੰਦਾ ਸਾਨੂੰ, ਉਸ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਬੱਚੇ ਜਿਹੜੇ ਨੇ ਉੱਥੇ ਜੁੜਨ ਦੀ ਬਜਾਏ ਬਾਹਰ ਜਾ ਕੇ ਖੇਡਣਾ, ਸ਼ਰਾਰਤਾਂ ਕਰਨੀਆਂ ਜ਼ਿਆਦਾ ਪਸੰਦ ਕਰਦੇ ਆ। ਇਹਦਾ ਮਤਲਬ ਇਹ ਹੋਇਆ ਕਿ ਉਹ ਜਿਹੜੀ ਇੰਸਟੀਟਿਊਸ਼ਨ ਉਹਦੇ ਜੀਵਨ ਵਿੱਚ ਆਈ, ਉਸ ਨੂੰ ਬ੍ਰਹਮ ਗਿਆਨਤਾ ਵਾਲੇ ਪਾਸੇ ਲੈ ਕੇ ਜਾਣ ਲਈ ਉਸਨੇ ਆਪਣਾ ਸਾਰਥਕ ਫਰਜ਼ ਨਹੀਂ ਨਿਭਾਇਆ।
अध्यापक ने, स्कूल ने अपना सार्थक फर्ज नहीं निभाया, परिवार ने अपना सार्थक फर्ज नहीं निभाया, नतीजा की निकलिया? ਉਹ ਜਿਹੜੀ ਵਾਹਿਗੁਰੂ ਜੀ ਵੱਲੋਂ ਮਿਲੀ ਹੋਈ ਸੋਝੀ ਸੀ, ਉਸ ਦੀ ਸੁਚੱਜੇ ਢੰਗ ਨਾਲ ਬੱਚੇ ਨੂੰ ਵਰਤੋਂ ਕਰਨੀ ਨਹੀਂ ਆਈ। ਨਤੀਜਾ ਇਹ ਨਿਕਲਿਆ ਕਿ ਨਾ ਤੇ ਉਹ ਆਪ ਸੰਤੁਸ਼ਟੀ ਭਰਿਆ ਜੀਵਨ ਜਿਉ ਸਕਣ ਦੇ ਸਮਰੱਥ ਹੋ ਸਕਿਆ, ਨਾ ਉਹ ਸੰਸਾਰ ਦੇ ਭਲੇ ਲਈ ਕੁਝ ਕਰ ਸਕਣ ਦੀ ਉਸ ਨੂੰ ਸੋਝੀ ਆਈ। ਭਰਿਆ ਹੋਇਆ ਸ਼ਿਕਵਿਆਂ ਨਾਲ, ਭਰਿਆ ਹੋਇਆ ਬੇਸੰਜਮੇਪਣ ਨਾਲ, ਵਿਕਾਰੀ ਬਿਰਤੀਆਂ ਦੇ ਪ੍ਰਭਾਵ ਨਾਲ ਦੁਖੀ ਹੈ, ਚਿੰਤਤ ਹੈ, ਪਰ ਉਸ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਮੈਂ ਜਦੋਂ ਦੁਖੀ ਹਾਂ, ਚਿੰਤਿਤ ਹਾਂ, ਡਰਿਆ ਸਹਿਮਿਆ ਜੀਵਨ ਜਿਉ ਰਿਹਾ, ਇਹਦਾ ਮੂਲ ਕਾਰਨ ਕੀ ਹੈ। ਉਹ ਹਮੇਸ਼ਾ ਇਹੀ ਗੱਲ ਆਖਦਾ ਹੈ। ਇਹ ਸਾਡੇ ਸਾਰਿਆਂ ਦੇ ਜੀਵਨ ਤੇ ਝੁਕਦੀ ਹੈ, ਘੱਟ ਜਾਂ ਵੱਧ, ਜਿਹੜੇ ਕੁਛ ਬਖਸ਼ਿਸ਼ ਭਰਿਆ ਜੀਵਨ ਜਿਉ ਰਹੇ ਹੈ ਉਹਨਾਂ ਨੂੰ ਛੱਡ ਕੇ। ਤੇ ਅਸੀਂ ਹਮੇਸ਼ਾ ਆਪਣੀ ਅਗਿਆਨਤਾ ਵਸ ਦੂਜਿਆਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਾਂ। ਮੈਂ ਦੁਖੀ ਹਾਂ, ਮੈਂ ਚਿੰਤਤ ਹਾਂ, ਮੇਰੇ ਜੀਵਨ ਦੇ ਵਿੱਚ ਵਿਘਨ ਨੇ, ਕਠਿਨਾਈਆਂ ਨੇ ਦੂਜੇ ਦੇ ਕਰਕੇ। ਉਹਨੇ ਮੇਰੇ ਨਾਲ ਇਹ ਕੀਤਾ, ਉਹਨੇ ਮੇਰੇ ਨਾਲ ਇਹ ਕੀਤਾ, ਉਹਨੇ ਮੇਰੇ ਨਾਲ ਇਹ ਕੀਤਾ, ਇਸ ਕਰਕੇ ਮੈਨੂੰ ਇਹ ਦੁੱਖ ਝੱਲਣੇ ਪਏ, ਮੈਨੂੰ ਮੈਂ ਚਿੰਤਾਤੁਰ ਹਾਂ ਜਾਂ ਡਰਿਆ ਸਹਿਮਿਆ। ਕਦੀ ਵੀ ਬੰਦਾ ਇਸ ਗੱਲ ਦੇ ਲਈ ਸਮਝਣ ਦੇ ਸਮਰੱਥ ਨਹੀਂ ਹੁੰਦਾ ਕਿ ਇਹਦੇ ਵਿੱਚ ਮੇਰੀ ਹੀ ਆਪਣੀ ਬੇਸੰਜਮੇਪਣ ਵਾਲੀ, ਅਗਿਆਨਤਾ ਵਾਲੀ, ਠੀਕ ਢੰਗ ਨਾਲ, ਸੁਚੱਜੇ ਢੰਗ ਨਾਲ ਆਪਣੀ ਅਕਲ ਦੀ ਵਰਤੋਂ ਨਾ ਕਰਨ ਵਾਲੀ ਮੇਰੀ ਅਵਸਥਾ ਨਹੀਂ ਬਣ ਸਕੀ, ਤੇ ਇਸ ਕਰਕੇ ਮੈਂ ਹੀ ਆਪਣੇ ਜੀਵਨ ਦੇ ਦੁੱਖਾਂ ਦਾ ਜ਼ਿੰਮੇਵਾਰ ਹਾਂ। ਇਸ ਦੀ ਉਹਨੂੰ ਸੋਝੀ ਨਹੀਂ ਮਿਲਦੀ। ਆਪਣਾ ਆਤਮ ਚੀਨਣ ਦੀ ਬਜਾਏ, ਆਪਣਾ ਸਾਈਕੋ ਐਨਾਲਿਸਿਸ ਕਰਨ ਦੀ ਬਜਾਏ, ਇੰਟਰੋਸਪੈਕਸ਼ਨ ਕਰਨ ਦੀ ਬਜਾਏ, ਉਹ ਦੂਜਿਆਂ ਦੇ ਉੱਤੇ ਹੀ ਆਪਣੇ ਦੁੱਖਾਂ ਦੇ ਕਾਰਨਾਂ ਨੂੰ ਥੋਪਦਾ। ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਇਹਨਾਂ ਪ੍ਰਸ਼ਨਾਂ ਉੱਤਰਾਂ ਦਾ ਜ਼ਿਕਰ ਕਰਦੇ ਹਾਂ, ਤਾਂ ਇੱਥੇ ਆ ਕੇ ਗੱਲ, ਜਿਹੜੇ ਮੈਂ ਪਿੱਛੇ ਭੂਮਿਕਾ ਬੰਨ ਕੇ ਤੁਹਾਡੇ ਨਾਲ ਗੱਲ ਕੀਤੀ ਹੈ, ਇਹ ਜੀਵਨ ਦੇ ਵੱਖਰੇ ਵੱਖਰੇ ਪੱਖਾਂ ਦਾ ਤੁਹਾਡੇ ਨਾਲ ਜ਼ਿਕਰ ਕੀਤਾ ਹੈ, ਉਹਦਾ ਮਕਸਦ ਸਿਰਫ ਇੰਨਾ ਹੀ ਸੀਗਾ ਕਿ ਜੋ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇਹ ਪਿਓ ਦਾਦੇ ਦਾ ਗਿਆਨ ਰੂਪੀ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਇਹਦਾ ਮਕਸਦ ਇਹ ਹੈ ਕਿ ਤੁਹਾਨੂੰ ਵਾਹਿਗੁਰੂ ਵੱਲੋਂ ਮਿਲੀ ਹੋਈ ਜਿਹੜੀ ਸੋਝੀ ਹੈ, ਸੁਰਤ ਹੈ, ਉਸ ਨੂੰ ਪਾਪ ਪੁੰਨ ਦੀ, ਯੋਗ ਅਯੋਗ ਦੀ ਵਿਚਾਰ ਕਰਨੀ ਆ ਜਾਏ ਤੁਹਾਨੂੰ। ਇਹਦੇ ਵਿੱਚ ਮੈਂ ਤੁਹਾਡੇ ਹੀ ਜੀਵਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ, ਬਹੁਤ ਸਾਰੇ ਜੀਵਨ ਦੇ ਵਿੱਚ ਜਿਹੜੇ ਵਿਕਾਰਾਂ ਦੇ ਪ੍ਰਭਾਵ ਹੇਠ ਆ ਕੇ ਕੀਤੇ ਹੋਏ, ਤੁਹਾਡੇ ਅੰਦਰ ਬਣੇ ਹੋਏ ਫੁਰਨੇ, ਤੁਹਾਡਾ ਮੜਿਆ ਹੋਇਆ ਬੇਸੰਜਮਾ ਸੁਭਾਅ, ਤੇ ਉਹਦੇ ਵਿੱਚੋਂ ਨਿਕਲੇ ਹੋਏ ਮਾੜੇ ਕਰਮ ਜਿਹੜੇ ਨੇ, ਤੇ ਉਹ ਮਾੜਾ ਵਿਵਹਾਰ ਜਿਹਦੇ ਕਰਕੇ ਤੁਸੀਂ ਆਪ ਵੀ ਦੁਖੀ ਹੁੰਦੇ ਹੋ, ਦੂਜਿਆਂ ਨੂੰ ਵੀ ਦੁਖੀ ਕਰਦੇ ਹੋ, ਤੇ ਜ਼ਿੰਮੇਵਾਰ ਤੁਸੀਂ ਦੂਜਿਆਂ ਨੂੰ ਠਹਿਰਾਉਂਦੇ ਹੋ। ਜੀਵਨ ਦੇ ਵਿੱਚ ਤੁਹਾਨੂੰ ਆਨੰਦ ਦੀਆਂ ਘੜੀਆਂ ਨਸੀਬ ਨਹੀਂ ਹੁੰਦੀਆਂ। ਆਓ ਮੇਰੇ ਕੋਲ ਬੈਠੋ। ਇਹ ਬਾਣੀ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ, ਇਸ ਬਾਣੀ ਨੂੰ ਗੁਰੂ ਪਿਆਰਿਆਂ ਦੇ ਨਾਲ, ਸਤ ਸੰਗੀਆਂ ਨਾਲ, ਭਾਵੇਂ ਉਹ ਤੁਹਾਡੇ ਮਾਂ ਪਿਓ ਨੇ, ਭਾਵੇਂ ਉਹ ਤੁਹਾਡੇ ਅਧਿਆਪਕ ਨੇ, ਭਾਵੇਂ ਉੱਥੇ ਬੈਠੀ ਧਾਰਮਿਕ ਸ਼੍ਰੇਣੀ ਹੈ, ਭਾਵੇਂ ਪ੍ਰਬੰਧਕ ਨੇ, ਤੇ ਭਾਵੇਂ ਕੋਈ ਹੋਰ ਦੂਸਰੇ ਗੁਰਮੁਖ ਪਿਆਰੇ ਨੇ, ਉਹਨਾਂ ਨਾਲ ਮਿਲ ਬੈਠ ਕੇ ਇਸ ਬਾਣੀ ਦਾ ਪਠਨ ਪਾਠਨ ਕਰੋ, ਇਹਦਾ ਗਾਇਨ ਕਰੋ, ਇਹਦੀ ਵਿਚਾਰ ਕਰਿਆ ਕਰੋ। ਰੋਜ਼ ਸਾਨੂੰ ਇਹ ਆਗਿਆ ਕੀਤੀ ਗਈ ਕਿ ਤੁਹਾਡੇ ਜੀਵਨ ਦਾ ਰੋਜ਼ ਦਾ ਨਿਤ ਕਰਮ ਕੀ ਹੋਣਾ ਚਾਹੀਦਾ। 8 ਪਹਿਰ ਨੇ ਤੁਹਾਡੇ ਕੋਲ, 4 ਪਹਿਰ ਰਾਤ ਦੇ, 4 ਪਹਿਰ ਦਿਨ ਦੇ। ਕੁਝ ਅਸੀਂ ਖਾਣ ਪੀਣ ਦੇ ਵਿੱਚ, ਕੁਝ ਅਸੀਂ ਕੰਮਾਂ ਕਾਜਾਂ ਵਿੱਚ, ਸੰਸਾਰ ਦੇ ਧੰਦਿਆਂ ਵਿੱਚ, ਕੁਝ ਅਸੀਂ ਸਰੀਰ ਦੇ ਵਿੱਚ ਪੈਦਾ ਹੋਈ ਥਕਾਵਟ ਨੂੰ ਨੀਂਦ ਰਾਹੀਂ ਫਿਰ ਦੂਰ ਕਰਨ ਦੇ ਲਈ ਸੌਂ ਜਾਂਦੇ ਹਾਂ। ਤੋ ਇਹ ਸਾਡੇ ਜੀਵਨ ਦੇ 8 ਪਹਿਰ, ਦਿਨ ਤੇ ਰਾਤ ਦਾ ਸਮਾਂ, ਮਹਾਰਾਜ ਕਹਿੰਦੇ ਬੇਧਿਆਨੇ ਹੋ ਕੇ, ਬੇਸੰਜਮੇ ਹੋ ਕੇ, ਕੇਵਲ ਦੁਨਿਆਵੀ ਲੋੜਾਂ, ਦੁਨਿਆਵੀ ਸੁੱਖਾਂ, ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਦੀ ਦੌੜ ਭੱਜ ਵਿੱਚ ਗਲਤਾਨ ਹੋ ਕੇ, ਜਾਂ ਫਿਰ ਸੰਸਾਰ ਦੇ ਵੱਲ ਦੇਖ ਕੇ ਉਹਨੇ ਮੈਨੂੰ ਕੀ ਆਖਿਆ, ਉਹਨੇ ਮੈਨੂੰ ਕੀ ਆਖਿਆ, ਮੇਰੀ ਕੋਈ ਉਸਤਤ ਕਰਦਾ ਹੈ, ਮੇਰੀ ਕੋਈ ਨਿੰਦਿਆ ਕਰਦਾ ਹੈ, ਮੇਰਾ ਮਾਨ ਹੋ ਰਿਹਾ ਕਿ ਅਪਮਾਨ ਹੋ ਰਿਹਾ। ਬਾਹਰ ਮੁਖੀ ਜੀਵਨ ਜਿਉਂਦਿਆਂ ਜਿਉਂਦਿਆਂ ਜੋ ਕੁਝ ਤੁਸੀਂ ਨਹੀਂ ਹੋ,
ਉਸ ਨੂੰ ਸੰਸਾਰ ਸਾਹਮਣੇ ਪ੍ਰਗਟ ਕਰਨ ਦੇ ਉੱਤੇ ਸਾਰਾ ਆਪਣੀ ਅਕਲ ਸਿਆਣਪ ਦਾ ਜ਼ੋਰ ਲਗਾ ਦਿੰਦੇ ਹੋ ਤਾਂ ਕਿ ਤੁਹਾਨੂੰ ਸੰਸਾਰ ਦੀ ਵਾਹਵਾ ਮਿਲਦੀ ਰਹੇ, ਅਪਮਾਨ ਕੋਈ ਨਾ ਕਰੇ ਤੁਹਾਡਾ, ਤੇ ਜੋ ਕੁਝ ਤੁਸੀਂ ਨਹੀਂ ਹੋ ਉਸ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹੋ। ਜੋ ਕੁਝ ਤੁਸੀਂ ਹੈਗੇ, ਜੋ ਤੁਸੀਂ ਨਹੀਂ ਹੋ ਉਹਨੂੰ ਤੇ ਤੁਸੀਂ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੇ ਜੋ ਕੁਝ ਤੁਸੀਂ ਹੈਗੇ ਹੋ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹੋ। ਆਪਣੇ ਔਗੁਣਾਂ ਨੂੰ, ਊਣਤਾਈਆਂ ਨੂੰ, ਆਪਣੀਆਂ ਨਾ ਸਮਝੀਆਂ ਨੂੰ ਅਸੀਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡਾ ਸੁਭਾਅ ਹੈ। ਪਤਾ ਨਾ ਲੱਗ ਜਾਏ ਸਾਡੀਆਂ ਊਣਤਾਈਆਂ ਦਾ, ਤੇ ਜੇ ਪਤਾ ਵੀ ਲੱਗਣ ਦੀ ਕਿਤੇ ਨੌਬਤ ਆ ਜਾਏ ਤੇ ਅਸੀਂ ਉਹਨਾਂ ਨੂੰ ਜਸਟੀਫਾਈ ਕਰਨ ਵਾਲੇ ਪਾਸੇ ਸਾਰਾ ਜ਼ੋਰ ਲਾ ਦਿੰਦੇ ਹਾਂ, ਇਸ ਬਿਰਤੀ ਦੇ ਅਧੀਨ ਕਿ ਸਾਡਾ ਅਪਮਾਨ ਨਾ ਹੋਵੇ, ਸਾਡੀ ਕੋਈ ਬੇਇੱਜ਼ਤੀ ਨਾ ਕਰੇ, ਤੇ ਸਾਨੂੰ ਮਾਣ ਸਨਮਾਨ ਹੀ ਮਿਲਦਾ ਰਹੇ, ਸਾਨੂੰ ਕੋਈ ਚੰਗੇ ਚੰਗੇ ਹੀ ਆਖਦੇ ਰਹਿਣ, ਵਾਹ ਵਾਹ ਹੀ ਸਾਨੂੰ ਮਿਲਦੀ ਰਹੇ। ਇਸ ਬਿਰਤੀ ਦੇ ਅਧੀਨ ਆਪਣੇ ਔਗੁਣਾਂ ਨੂੰ ਛੁਪਾਉਣ ਦੇ ਉੱਤੇ, ਤੇ ਜਿਹੜੇ ਗੁਣ ਸਾਡੇ ਵਿੱਚ ਨਹੀਂ ਵੀ ਹਨ ਉਹ ਗੁਣਾਂ ਦਾ ਪ੍ਰਗਟਾਵਾ ਕਰਨ ਤੇ ਅਸੀਂ ਆਪਣੀ ਅਕਲ ਸਾਂਭ ਵਰਤਦੇ ਰਹਿੰਦੇ ਹਾਂ। ਮਹਾਰਾਜ ਕਹਿੰਦੇ ਨਤੀਜਾ ਕੀ ਨਿਕਲਦਾ ਹੈ? ਤੁਹਾਡਾ ਜੀਵਨ ਇੱਕ ਡਸਟਬਿਨ ਵਾਂਗ ਬਣ ਜਾਂਦਾ। ਆਪਣੇ ਔਗੁਣਾਂ ਨੂੰ ਸਹੀ ਤਰੀਕੇ ਨਾਲ ਸਮਝਦਿਆਂ, ਆਪਣੀ ਅਗਿਆਨਤਾ ਨੂੰ ਸਹੀ ਤਰੀਕੇ ਨਾਲ ਸਮਝਦਿਆਂ ਹੋਇਆਂ ਉਹਦਾ ਆਤਮ ਚਿੰਤਨ ਕਰਕੇ ਉਹ ਤੋਂ ਨਿਵਰਤੀ ਹਾਸਲ ਕਿਵੇਂ ਕਰਨੀ ਹੈ, ਉਹ ਤੋਂ ਛੁਟਕਾਰਾ ਕਿਵੇਂ ਹਾਸਲ ਕਰਨਾ, ਔਰ ਉਹਦੀ ਜਗ੍ਹਾ ਦੇ ਉੱਤੇ ਨਿਰਮਲ ਗੁਣਾਂ ਦਾ ਨਿਰਮਲ ਪ੍ਰਵਾਹ ਆਪਣੇ ਅੰਦਰ ਕਿਵੇਂ ਚਲਾਉਣਾ ਹੈ, ਇਸ ਦੀ ਵੀ ਸੋਝੀ ਨਹੀਂ ਆਉਂਦੀ। ਇੱਕ ਦੰਭ ਵਾਲਾ, ਦਿਖਾਵੇ ਵਾਲਾ, ਪਖੰਡ ਵਾਲਾ ਜੀਵਨ ਮਹਾਰਾਜ ਕਹਿੰਦੇ ਤੁਸੀਂ ਵਿਕਾਰੀ ਬਿਰਤੀਆਂ ਦੇ ਅਧੀਨ ਜਿਉਂਦੇ ਰਹਿੰਦੇ ਹੋ। ਨਤੀਜਾ ਇਹ ਨਿਕਲਦਾ ਕਿ ਤੁਹਾਡੇ ਜੀਵਨ ਵਿੱਚ ਜਿਸ ਆਨੰਦ ਦੀ ਸਾਰੀ ਜ਼ਿੰਦਗੀ ਤੁਸੀਂ ਇੱਛਾ ਰੱਖਦੇ ਹੋ ਉਹ ਆਨੰਦ ਤੋਂ ਵਾਂਝੇ ਰਹਿ ਜਾਂਦੇ ਹੋ, ਤੇ ਜਿਹੜੀਆਂ ਚਿੰਤਾਵਾਂ, ਦੁੱਖਾਂ, ਫਿਕਰਾਂ ਤੋਂ ਤੁਸੀਂ ਛੁਟਕਾਰਾ ਚਾਹੁੰਦੇ ਹੋ ਉਹਦਾ ਸ਼ਿਕਾਰ ਹੋਏ ਰਹਿੰਦੇ ਹੋ। ਉਹਦਾ ਕਾਰਨ ਸਿਰਫ ਇਹ ਹੈ ਕਿ ਤੁਹਾਨੂੰ ਜੀਵਨ ਠੀਕ ਢੰਗ ਨਾਲ, ਗਿਆਨਮਈ ਤਰੀਕੇ ਨਾਲ ਜਿਉਣ ਦੀ ਸੋਝੀ ਨਹੀਂ ਆਉਂਦੀ, ਤੇ ਅਗਿਆਨਤਾ ਵਸ ਤੁਸੀਂ ਆਤਮ ਚਿੰਤਨ ਕਰ ਨਹੀਂ ਪਾਉਂਦੇ, ਦੂਜਿਆਂ ਨੂੰ ਦੁੱਖਾਂ ਦਾ ਜ਼ਿੰਮੇਵਾਰ ਠਹਿਰਾਉਂਦੇ ਹੋ। ਨਤੀਜਾ ਇਹ ਨਿਕਲਦਾ ਕਿ ਪੂਰੇ ਦਾ ਪੂਰਾ ਜੀਵਨ ਜਾਂ ਪਛਤਾਵੇ ਵਿੱਚ, ਬੀਤੇ ਸਮੇਂ ਦੇ ਪਛਤਾਵੇ ਵਿੱਚ, ਆਉਣ ਵਾਲੇ ਭਵਿੱਖ ਦੇ ਫਿਕਰਾਂ ਵਿੱਚ, ਆ ਵਰਤਮਾਨ ਵੀ ਤੁਸੀਂ ਜਿਹੜਾ ਹੈ ਨਾ ਉਹ ਸੰਤੁਸ਼ਟੀ ਭਰਿਆ ਨਹੀਂ ਬਣਾ ਸਕਦੇ। ਇਸ ਤਰ੍ਹਾਂ ਇਹ ਜੀਵਨ ਇੱਕ ਅਸਫਲਤਾ ਭਰੇ ਨਤੀਜੇ ਤੱਕ ਤੁਹਾਨੂੰ ਲੈ ਜਾਂਦਾ ਹੈ। ਤੁਹਾਡੇ ਜੀਵਨ ਵਿੱਚ ਜੋ ਤੁਹਾਡਾ ਆਨੰਦਮਈ ਜੀਵਨ ਜਿਉਣ ਦਾ ਇੱਕ ਸਭ ਤੋਂ ਪ੍ਰਬਲ ਫੁਰਨਾ ਹੈ ਕਿ ਜਿੰਨਾ ਵੀ ਮੈਂ ਜੀਵਨ ਜੀਵਾਂ ਆਨੰਦ ਵਿੱਚ, ਸੰਤੁਸ਼ਟੀ ਵਿੱਚ, ਬੇਫਿਕਰ ਹੋ ਕੇ ਬੇਪਰਵਾਹੀ ਨਾਲ ਜੀਵਾਂ। ਮਹਾਰਾਜ ਕਹਿੰਦੇ ਉਹ ਇੱਛਾ ਪੂਰੀ ਨਹੀਂ ਹੁੰਦੀ। ਹੁਣ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦਾਤ ਦਿੱਤੀ ਹੈ। ਸਾਨੂੰ ਅਸੀਂ ਫਿਰ ਪੁੱਛਦੇ ਹਾਂ ਕਿ ਮਹਾਰਾਜ ਮੈਂ ਬਹੁਤ ਦੁਖੀ ਹਾਂ, ਤੁਸੀਂ ਕਹਿੰਦੇ ਹੋ ਤੂੰ ਆਪਣੇ ਔਗੁਣਾਂ ਕਰਕੇ ਦੁਖੀ ਹਾਂ। ਮਹਾਰਾਜ ਮੈਂ ਚਲੋ ਪ੍ਰਵਾਨ ਕਰਦਾ ਤੁਹਾਡੇ ਕੋਲ ਕਿ ਮੈਂ ਕਦੀ ਕਾਮ ਦੇ ਪ੍ਰਭਾਵ ਹੇਠ ਆ ਕੇ ਜਿਉਣਾ, ਕਦੀ ਕ੍ਰੋਧ ਮੇਰੇ ਤੇ ਬਹੁਤ ਹਾਵੀ ਹੋ ਜਾਂਦਾ ਹੈ, ਕਦੀ ਮੈਂ ਲੋਭ ਦਾ ਸ਼ਿਕਾਰ ਹੋ ਕੇ ਯੋਗ ਅਯੋਗ ਨੂੰ ਵਿਚਾਰਨ ਤੋਂ ਬਿਨਾਂ ਹੀ ਸੰਸਾਰ ਦੇ ਵਿੱਚ ਉਹ ਵੀ ਮੈਨੂੰ ਮਿਲ ਜਾਏ, ਉਹ ਵੀ ਮੈਨੂੰ ਮਿਲ ਜਾਏ, ਇਸ ਲੋਭ ਦਾ ਸ਼ਿਕਾਰ ਹੋ ਕੇ ਅਨੈਤਿਕ ਜੀਵਨ ਜਿਉਣਾ, ਇਹ ਵੀ ਮੈਂ ਪ੍ਰਵਾਨ ਕਰਦਾ। ਹਾਲਾਂਕਿ ਇਹ ਅਸੀਂ ਪ੍ਰਵਾਨ ਕਰਦੇ ਨਹੀਂ ਹਾਂ, ਪਰ ਗੁਰੂ ਸਾਹਿਬ ਦੇ ਸਾਹਮਣੇ ਪ੍ਰਸ਼ਨ ਉੱਤਰ ਜਦੋਂ ਚੱਲਦੇ ਪਏ ਨੇ ਤੇ ਉਹ ਗੁਰੂ ਸਾਹਿਬ ਇਹਨਾਂ ਗੱਲਾਂ ਦਾ ਸਾਡੇ ਨਾਲ ਜ਼ਿਕਰ ਕਰਦੇ ਆ। ਉੱਥੇ ਫਿਰ ਇਹੀ ਗੱਲ ਕਹਿੰਦੇ ਆ ਜਦੋਂ ਸਾਨੂੰ, ਤਾਂ ਅਸੀਂ ਮਹਾਰਾਜ ਨੂੰ ਕਹਿੰਦੇ ਹਾਂ ਸੱਚੇ ਪਾਤਸ਼ਾਹ ਚਲੋ ਠੀਕ ਹੈ, ਤੁਸੀਂ ਸਾਨੂੰ ਜੋ ਕਹਿ ਰਹੇ ਹੋ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਬਿਖ ਖਾਹੀ, ਹੋ ਗਿਆ, ਪ੍ਰਵਾਨ ਕਰ ਲਿਆ ਇਸ ਸੱਚ ਨੂੰ। ਹੁਣ ਮੇਰੇ ਤੇ ਕਿਰਪਾ ਕਰਕੇ ਦੱਸੋ ਕਿ ਇਹ ਔਗੁਣਾਂ ਤੋਂ ਨਾਲ ਜਿਹੜਾ ਮੈਂ ਭਰਿਆ ਹੋਇਆ ਮੇਰਾ ਜੀਵਨ ਹੈ, ਇਹ ਔਗੁਣਾਂ ਤੋਂ ਰਹਿਤ ਕਿਵੇਂ ਹੋਵੇ। ਫਿਰ ਤੁਸੀਂ ਕਹਿੰਦੇ ਹੋ ਕਿ ਤੈਨੂੰ ਹਮੇਸ਼ਾ ਹੀ ਸ਼ਿਕਵਿਆਂ ਦੇ ਵਿੱਚ ਹੀ ਜਿਉਣਾ ਆ ਰਿਹਾ ਹੈ, ਤੈਨੂੰ ਕਦੀ ਸ਼ੁਕਰਾਨਾ ਨਹੀਂ ਕਰਨਾ ਆ ਰਿਹਾ। ਇਹ ਵੀ ਮੈਂ ਮੰਨ ਲੈਣਾ ਕਿ ਮੈਂ ਸੰਤੁਸ਼ਟੀ ਨਹੀਂ ਆਪਣੇ ਜੀਵਨ ਤੋਂ, ਤੇ ਫਿਰ ਇਸ ਕਰਕੇ ਮੈਨੂੰ ਸ਼ਿਕਵੇ ਨੇ। ਹੁਣ ਮੈਨੂੰ ਸੰਤੁਸ਼ਟ ਹੋਣਾ ਕਿਵੇਂ ਆਵੇ, ਸ਼ੁਕਰਾਨਾ ਕਿਵੇਂ ਕਰਨਾ ਆਵੇ, ਇਹਨੂੰ ਸ਼ਿਕਵੇ ਨੂੰ ਸ਼ੁਕਰਾਨੇ ਵਿੱਚ ਮੈਂ ਕਿਵੇਂ ਤਬਦੀਲ ਕਰ ਸਕਾਂ। ਮੈਂ ਆਪਣੇ ਜੀਵਨ ਦੇ, ਤੁਸੀਂ ਕਹਿੰਦੇ ਹੋ ਜੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਮੈਂ ਤੇ ਹੁਣ ਚਿੰਤਾਤਰ ਹੋ ਕੇ ਜੀਵਨ ਜੀਉ ਰਿਹਾ। ਮੈਂ ਬਿਲਕੁਲ ਪ੍ਰਵਾਨ ਕਰਦਾ ਕਿ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਿੰਤਾਵਾਂ ਦੇ, ਡਰ ਸਹਿਮ ਦੇ ਬੋਝ ਥੱਲੇ ਦੱਬਿਆ ਰਹਿਣਾ। ਤੁਸੀਂ ਕਹਿੰਦੇ ਹੋ ਚਿੰਤਾ ਮਤ ਕਰੋ, ਮੈਨੂੰ ਤੇ ਜਾਚ ਨਹੀਂ ਆਉਂਦੀ।
ਮੈਨੂੰ ਦੱਸੋ ਫਿਰ ਮੈਂ ਚਿੰਤਾ ਰਹਿਤ ਕਿਵੇਂ ਹੋਵਾਂ। ਇਹ ਛੋਟੀਆਂ ਛੋਟੀਆਂ ਗੱਲਾਂ ਮੈਂ ਆਪ ਜੀ ਨਾਲ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਸਾਰਾ ਹੀ ਕੁਝ ਜਿਹੜਾ ਹੈ ਨਾ ਮਹਾਰਾਜ ਨੇ ਬਾਣੀ ਦੇ ਵਿੱਚ ਵਰਣਨ ਕੀਤਾ ਹੋਇਆ ਹੈ। ਰੋਜ਼ਮर्रा ਦੀਆਂ ਸਾਡੀਆਂ ਚਿੰਤਾਵਾਂ, ਦੁੱਖ, ਕਲੇਸ਼ ਇਹ ਕਿੱਥੇ ਕਿੱਥੇ ਕਿਉਂ ਵਾਪਰਦੇ ਨੇ ਸਾਡੇ ਨਾਲ, ਇਹਨਾਂ ਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਬਾਣੀ ਦੇ ਵਿੱਚ ਵਰਣਿਤ ਕੀਤਾ ਹੈ। ਫਿਰ ਨਾਲ ਹੀ ਇਹ ਕਿਰਪਾ ਕੀਤੀ ਹੈ ਕਿ ਸਾਡਾ ਜੀਵਨ ਸਿਰਫ ਕਾਰਨਾਂ ਤੱਕ ਹੀ, ਕਾਰਨਾਂ ਨੂੰ ਸਮਝਣ ਤੱਕ ਹੀ ਸੀਮਤ ਨਾ ਰਵੇ, ਇਹਨਾਂ ਕਾਰਨਾਂ ਦਾ ਇਲਾਜ ਹੋ ਸਕੇ ਤੇ ਅਸੀਂ ਆਪਣੇ ਦੁੱਖ ਨੂੰ, ਚਿੰਤਾਵਾਂ ਨੂੰ ਆਨੰਦ ਵਿੱਚ ਬਦਲਣ ਦੇ ਸਮਰੱਥ ਹੋ ਸਕੀਏ। ਉਹਦੀਆਂ ਸੰਭਾਵਨਾਵਾਂ ਸਾਡੇ ਜੀਵਨ ਵਿੱਚ ਪੈਦਾ ਹੋਣ, ਉਹਦੇ ਲਈ ਫਿਰ ਮਹਾਰਾਜ ਨੇ ਜੁਗਤਾਂ ਵੀ ਦੱਸੀਆਂ ਨੇ। ਉਹਨਾਂ ਉੱਤਰਾਂ ਦੇ ਵਿੱਚ ਕੇਵਲ ਕਾਰਨ ਹੀ ਨਹੀਂ ਹਨ ਕਿ ਕਿਹਨਾਂ ਕਾਰਨਾਂ ਕਰਕੇ ਤੁਸੀਂ ਦੁਖੀ ਹੋ, ਚਿੰਤਿਤ ਹੋ, ਬਲਕਿ ਨਾਲ ਨਾਲ ਗੁਰੂ ਸਾਹਿਬ ਨੇ ਇਹ ਕਿਰਪਾ ਕੀਤੀ ਕਿ ਇਲਾਜ ਵੀ ਦੱਸਿਆ। ਤਾਂ ਉਹ ਜਿਹੜੇ ਪ੍ਰਸ਼ਨ ਤੇ ਉੱਤਰ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਇਸ ਪੱਖੋਂ ਗੁਰੂਦੇਵ ਨੇ ਵਿਚਾਰੇ ਨੇ। ਇਹ ਸਾਰੇ ਪ੍ਰਸ਼ਨਾਂ ਉੱਤਰਾਂ ਨੂੰ ਜਦੋਂ ਇਕੱਠਾ ਕੀਤਾ ਤੇ ਤਕਰੀਬਨ ਇਹ ਪੌਣੇ 400 ਦੇ ਕਰੀਬ ਪ੍ਰਸ਼ਨ ਇਹ ਬਣੇ, ਜਿਹੜੇ ਜੀਵਨ ਦੇ ਵੱਖਰੇ ਵੱਖਰੇ ਮਸਲਿਆਂ ਦੇ ਨਾਲ ਜੁੜੇ ਹੋਏ। ਇਹਨਾਂ ਨੂੰ ਸਬਜੈਕਟ ਵਾਈਜ਼ ਕੀਤਾ। ਪਹਿਲਾਂ ਜਿਸ ਤਰ੍ਹਾਂ ਇਹ ਤਕਰੀਬਨ 70-72 ਦੇ ਲਾਗੇ ਚਾਗੇ ਇਹ ਸਬਜੈਕਟ ਬਣਦੇ ਨੇ, ਜਿੱਥੇ ਵਾਹਿਗੁਰੂ ਜੀ ਜਿਹੜੇ ਸਾਡੇ ਸਿਰਜਣਹਾਰ ਨੇ, ਉਹਨਾਂ ਦੀ ਸਮਝ ਪ੍ਰਾਪਤ ਕਰਨ ਦੇ ਲਈ ਮਹਾਰਾਜ ਨੇ ਪ੍ਰਸ਼ਨ ਉਠਾਏ ਕਿ ਮਹਾਰਾਜ ਤੁਸੀਂ ਕਹਿੰਦੇ ਹੋ ਜੀ ਸਾਰਿਆਂ ਦੇ ਜੀਵਨ ਦਾ ਰਚਨਹਾਰਾ ਵਾਹਿਗੁਰੂ ਹੈ, ਉਹੋ ਹੀ ਦਾਤਾ ਹੈ, ਉਹੋ ਹੀ ਪ੍ਰਤਪਾਲਕ ਹੈ, ਉਹੀ ਰੱਖਿਅਕ ਹੈ, ਉਹੋ ਹੀ ਇਹ ਜੀਵਨ ਨੂੰ ਦੇਣ ਵਾਲਾ ਤੇ ਇਹੋ ਹੀ ਜੀਵਨ ਨੂੰ ਲੈਣ ਵਾਲਾ ਹੈ। ਤੇ ਉਹਦੇ ਨਾਲ ਜੇ ਸੋਝੀ ਪਾ ਲਓਗੇ ਤੇ ਫਿਰ ਤੁਹਾਨੂੰ ਉਹ ਆਨੰਦ ਦੇ ਸੋਮੇ ਕੋਲੋਂ ਆਨੰਦ ਪ੍ਰਾਪਤੀ ਦੀ ਦਾਤ ਮਿਲ ਜਾਏ। ਮਹਾਰਾਜ ਮੈਨੂੰ ਤੇ ਪਤਾ ਹੀ ਨਹੀਂ ਹੈ ਕਿ ਵਾਹਿਗੁਰੂ ਜੀ ਕਿੱਦਾਂ ਦੇ ਨੇ, ਮੈਂ ਤੇ ਨਾ ਕਦੀ ਉਹਨਾਂ ਨੂੰ ਦੇਖਿਆ ਹੈ, ਨਾ ਉਹਨਾਂ ਦੇ ਨਾਲ ਮੇਰੀ ਕੋਈ ਸਾਂਝ ਪਈ ਹੈ, ਕਿਵੇਂ ਮੈਨੂੰ ਪਤਾ ਲੱਗੇ, ਕਿਵੇਂ ਮੈਂ ਸਾਂਝ ਪਾ। ਤੋ ਇੱਥੋਂ ਗੱਲ ਸ਼ੁਰੂ ਕਰ, ਪੁੱਛੋ ਸੰਤ ਮੇਰੂ ਠਾਕੁਰ ਕੈਸਾ। ਮਹਾਰਾਜ ਮੇਰਾ ਪ੍ਰਸ਼ਨ ਇਹ ਹੈ ਕਿ ਤੁਸੀਂ ਮੈਨੂੰ ਦੱਸੋ ਕਿਰਪਾ ਕਰਕੇ ਕਿ ਵਾਹਿਗੁਰੂ ਜੀ ਕਿੱਦਾਂ ਦੇ ਨੇ। ਤੋ ਉਹ ਫਿਰ ਜਦੋਂ ਵਾਹਿਗੁਰੂ ਜੀ ਕਿੱਦਾਂ ਦੇ ਤਾਂ ਜਿਹੜੇ ਹੈ ਉਹ ਬਹੁਤ ਮਾਦੀ ਵਰਤਾ। ਇਹ ਮੈਂ ਸਿਰਫ ਇੱਕ ਤੁਹਾਨੂੰ ਪ੍ਰਮਾਣ ਵਜੋਂ ਸਮਝਾ। ਫਿਰ ਇਸੇ ਤਰ੍ਹਾਂ ਮਹਾਰਾਜ ਤੁਸੀਂ ਕਹਿੰਦੇ ਹੋ ਕਿ ਇਹ ਵਾਹਿਗੁਰੂ ਜੀ ਦੀ ਸੋਝੀ ਜਿਹੜੀ ਹੈ ਇਹ ਪ੍ਰਾਪਤ ਹੁੰਦੀ ਹੈ ਸਤਿਗੁਰੂ ਕੋਲੋਂ, ਇਹ ਪ੍ਰਾਪਤ ਹੁੰਦੀ ਹੈ ਸਤ ਸੰਗੀਆਂ ਗੁਰਮੁਖਾਂ ਪਿਆਰਿਆਂ ਕੋਲੋਂ। ਫਿਰ ਮੈਨੂੰ ਤੇ ਪਤਾ ਨਹੀਂ, ਸਤਿਗੁਰੂ ਦੇ ਬਾਰੇ ਨਹੀਂ ਮੈਨੂੰ ਸੋਝੀ। ਮੈਂ ਜਾਣਾ ਉੱਥੇ ਸਿਰਫ ਮੱਥਾ ਟੇਕਦਾ, ਗੁਰੂ ਗ੍ਰੰਥ ਸਾਹਿਬ ਨੂੰ ਦੱਸਿਆ ਜਾਂਦਾ ਮੈਨੂੰ ਕਿ ਇਹ ਤੁਹਾਡੇ ਗੁਰੂ ਨੇ, ਪਰ ਮੈਨੂੰ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਜਾਣਕਾਰੀ ਨਹੀਂ, ਗੁਰੂ ਦੀ ਮਹਿਮਾ ਦੇ ਬਾਰੇ ਕੋਈ ਜਾਣਕਾਰੀ ਨਹੀਂ, ਗੁਰੂ ਨਾਲ ਸਾਂਝ ਕਿਵੇਂ ਪਾਈ ਜਾਂਦੀ ਹੈ ਇਹਦੀ ਕੋਈ ਜਾਣਕਾਰੀ ਨਹੀਂ। ਮਹਾਰਾਜ ਕਹਿੰਦੇ ਫਿਰ ਬੈਠ ਮੇਰੇ ਕੋਲ, ਮੈਂ ਤੈਨੂੰ ਦੱਸਦਾ, ਗੁਰੂ ਦੀ ਮਹਿਮਾ ਵੀ ਦੱਸਾਂਗਾ, ਗੁਰੂ ਨਾਲ ਸੋਝੀ ਕਿਵੇਂ, ਸਾਂਝ ਕਿਵੇਂ ਪਾਈ ਜਾਂਦੀ ਹੈ ਇਹ ਵੀ ਦੱਸਾਂਗਾ। ਇੱਥੇ ਆ ਕੇ ਵੀ ਸਾਂਝ ਨਹੀਂ ਪੈਂਦੀ, ਇਹ ਕਿਉਂ ਨਹੀਂ ਪੈਂਦੀ ਇਹ ਵੀ ਦੱਸਾਂਗਾ, ਤੇ ਇਹ ਸਾਂਝ ਪੈ ਕਿਵੇਂ ਸਕਦੀ ਹੈ ਇਹ ਵੀ ਤੈਨੂੰ ਸਮਝਾਵਾਂਗਾ। ਮੇਰੇ ਕੋਲ ਬੈ। ਇਹ ਸਾਰੀਆਂ ਗੱਲਾਂ ਮਹਾਰਾਜ ਨੇ ਪ੍ਰਸ਼ਨਾਂ ਦੇ ਰੂਪ ਵਿੱਚ ਵੀ ਉਠਾਈਆਂ ਤੇ ਫਿਰ ਇਹਨਾਂ ਨੂੰ ਉੱਤਰਾਂ ਦੇ ਰੂਪ ਵਿੱਚ ਸਾਡੀ ਝੋਲੀ ਪਾਇਆ। ਇਸੇ ਕਰਕੇ ਗੁਰੂਦੇਵ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਚਨ ਕੀਤਾ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ। ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਰੂਪ ਖਜ਼ਾਨਾ ਮੇਰੇ ਬਜ਼ੁਰਗਾਂ ਨੇ, ਗੁਰੂ ਸਾਹਿਬਾਨ ਨੇ ਮੈਨੂੰ ਦਿੱਤਾ, ਇਹਦੀ ਮੈਂ ਜਦੋਂ ਪੜਚੋਲ ਕੀਤੀ, ਇਹਦੇ ਦਰਸ਼ਨ ਕੀਤੇ, ਇਸ ਦੀ ਵਿਚਾਰ ਕੀਤੀ, ਪਠਨ ਪਾਠਨ ਕੀਤਾ ਗੁਰਮੁਖ ਪਿਆਰਿਆਂ ਨਾਲ ਬੈਠ ਕੇ, ਮਹਾਰਾਜ ਕਹਿੰਦੇ ਮੈਨੂੰ ਹੈਰਾਨੀ ਹੋਈ ਕਿ ਇੱਥੇ ਤੇ ਸਵਾਏ ਆਨੰਦ ਤੋਂ, ਸਵਾਏ ਵਿਸਮਾਦ ਤੋਂ ਹੈ ਹੀ ਕੁਛ ਨਹੀਂ। ਮੇਰਾ ਜੀਵਨ ਜਿਹੜਾ ਹੈ ਉਹ ਆਨੰਦ ਨਾਲ, ਵਿਸਮਾਦ ਨਾਲ ਭਰ ਗਿਆ। ਏਡੇ ਮੇਰੇ ਜੀਵਨ ਦੇ ਵਿੱਚ ਉਹ ਪ੍ਰਸ਼ਨਾਂ ਦੇ ਉੱਤਰ ਜਿਹੜੇ ਸਾਹਮਣੇ ਮਿਲੇ ਕਿ ਗਿਆਨ ਦਾ ਅਸੀਮ ਸਾਗਰ ਮੇਰੇ ਸਾਹਮਣੇ ਪ੍ਰਗਟ ਹੋ ਗਿਆ। ਹੁਣ ਇਹ ਮੇਰੇ ਉੱਤੇ ਹੈ ਕਿ ਮੈਂ ਇਸ ਆਨੰਦ ਦੇ ਸਾਗਰ ਦੇ ਵਿੱਚੋਂ ਚੁੱਭੀਆਂ ਮਾਰ ਕੇ, ਮਾਣਕ ਮੋਤੀ ਲੱਭ ਕੇ ਆਪਣੇ ਲਈ ਆਨੰਦਮਈ ਅਵਸਥਾ ਦਾ ਧਾਰਨੀ ਬਣ ਸਕਦਾ, ਬਣ ਸਕਦੀਆਂ ਕਿ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਜਿਹੜਾ ਹੈ ਪ੍ਰਸ਼ਨਾਂ ਉੱਤਰਾਂ ਦੇ ਰੂਪ ਵਿੱਚ ਜਿਹੜਾ ਮਹਾਰਾਜ ਨੇ ਸਾਨੂੰ ਦਿੱਤਾ, ਇਹਨੂੰ ਮਹਾਰਾਜ ਕਹਿੰਦੇ ਜਦੋਂ ਤੁਸੀਂ ਖੋਲ ਡਿੱਠੋਗੇ ਮੇਰੇ ਵਾਂਗ, ਗੁਰੂਦੇਵ ਕਹਿੰਦੇ
ਤੁਸੀਂ ਜਦੋਂ ਇਸ ਖਜ਼ਾਨੇ ਦਾ ਪਠਨ ਪਾਠਨ ਕਰੋਗੇ ਮਿਲ ਬੈਠ ਕੇ, ਭਾਵੇਂ ਉਹ ਪਰਿਵਾਰ ਵਿੱਚ ਕਰਦੇ ਪਏ ਹੋ, ਪਰਿਵਾਰ ਦੇ ਜੀਆਂ ਨਾਲ, ਭਾਵੇਂ ਉਹ ਗੁਰਦੁਆਰੇ ਦੇ ਵਿੱਚ ਜਾ ਕੇ ਕਰਦੇ ਪਏ ਹੋ, ਤੇ ਭਾਵੇਂ ਕਿਤੇ ਹੋਰ ਦੁਕਾਨ ਤੇ ਕੰਮਕਾਜ ਵਿੱਚ, ਜਿਹੜੇ ਵੀ ਕਾਰਜ ਖੇਤਰ ਵਿੱਚ, ਉੱਥੇ ਆਪਣੇ ਮਿੱਤਰਾਂ ਪਿਆਰਿਆਂ ਨਾਲ ਸਤ ਸੰਗੀਆਂ ਦੇ ਰੂਪ ਵਿੱਚ ਇਸ ਬਾਣੀ ਦੇ, ਇਸ ਪਠਨ ਪਾਠਨ ਦਾ ਤੁਸੀਂ ਆਪਣੇ ਜੀਵਨ ਵਿੱਚ ਨੇਮ ਬਣਾਓਗੇ ਤਾਂ ਸੁਲੱਖਣੀ ਘੜੀ ਆ ਸਕਦੀ ਹੈ। ਤੁਹਾਡੇ ਜੀਵਨ ਵਿੱਚ ਸੰਭਾਵਨਾਵਾਂ ਹੈਗੀਆਂ ਕਿ ਉਹ ਵਾਹਿਗੁਰੂ ਵੱਲੋਂ ਜਿਹੜੀ ਮਿਲੀ ਹੋਈ ਸੁਰਤ ਹੈ, ਉਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਦੇ ਆ, ਆਪਣੇ ਜੀਵਨ ਦਾ ਸੱਚ, ਆਪਣੇ ਜੀਵਨ ਦਾ ਮਕਸਦ, ਫਿਰ ਇਸ ਪਰਿਵਾਰ ਨੂੰ ਮਿਲਣ ਦਾ ਸੱਚ, ਇਹ ਪਰਿਵਾਰ ਦੇ ਵਿੱਚ ਇਹ ਜੀ ਕੌਣ ਨੇ, ਅਸੀਂ ਤੇ ਨਾਮ ਰੱਖੇ ਕਿ ਇਹ ਮਾਂ ਹੈ, ਇਹ ਪਿਤਾ ਹੈ, ਇਹ ਭੈਣ ਹੈ, ਭਰਾ ਹੈ, ਪਤੀ ਹੈ, ਪਤਨੀ, ਇਹ ਦੁਨਿਆਵੀ ਰਿਸ਼ਤੇ ਨਾਮ ਨੇ ਰਿਸ਼ਤਿਆਂ ਦੇ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਇਸ ਤੋਂ ਵੀ ਉੱਪਰ ਇੱਕ ਹੈਰਾਨ ਕੁਨ ਸੱਚ ਹੈ, ਉਹ ਹੈ ਤੁਹਾਡੇ ਰੂਹਾਂ ਦੇ ਰਿਸ਼ਤਿਆਂ ਦਾ ਸੱਚ, ਜਿਹੜਾ ਇਸ ਸੰਸਾਰ ਵਿੱਚ ਸਰੀਰਾਂ ਵਿੱਚ ਆਉਣ ਤੋਂ ਪਹਿਲਾਂ ਵੀ ਪੂਰਵ ਜਨਮ ਦੇ ਵਿੱਚ ਤੁਹਾਡੇ ਸੰਯੋਗ ਸੀਗੇ, ਇਸ ਸੰਸਾਰ ਦੇ ਜੀਵਨ ਤੋਂ ਬਾਅਦ ਵੀ ਇਹ ਪੂਰਬਲੇ ਜਨਮਾਂ ਦਾ ਚੱਲਦਾ ਰਹਿਣਾ। ਜੇ ਤੁਸੀਂ ਇਸ ਜੀਵਨ ਵਿੱਚ ਸਤ ਸੰਗੀ ਰਿਸ਼ਤਾ ਆਪਣਿਆਂ ਨਾਲ ਬਣਾਉਣ ਦੀ ਇਸ ਪਿਓ ਦਾਦੇ ਦੇ ਖਜ਼ਾਨੇ ਵਿੱਚੋਂ ਜਾਂਚ ਸਿੱਖ ਲਈ, ਤਾਂ ਤੁਸੀਂ ਵੀ ਤੇ ਤੁਹਾਡਾ ਪਰਿਵਾਰ ਵੀ ਗੁਰੂ ਸਾਹਿਬਾਨ ਵਾਂਗ ਬਖਸ਼ਿਸ਼ ਦਾ ਪਾਤਰ ਬਣ ਕੇ ਦੂਜਿਆਂ ਨੂੰ ਵੀ ਤੁਸੀਂ ਵਾਹਿਗੁਰੂ ਜੀ ਨਾਲ ਜੋੜ ਕੇ ਉਹਨਾਂ ਦੇ ਜੀਵਨ ਨੂੰ ਆਨੰਦਮਈ ਬਣਾਉਣ ਦੇ ਸਮਰੱਥ ਹੋ ਸਕੋਗੇ। ਸੋ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਇਹਨਾਂ ਪ੍ਰਸ਼ਨਾਂ ਉੱਤਰਾਂ ਦਾ ਇਹੋ ਹੀ ਮਕਸਦ ਹੈ। ਇਸ ਮਕਸਦ ਨੂੰ ਲੈ ਕੇ ਗੁਰੂ ਸਾਹਿਬ ਨੇ ਇਹ ਸੇਵਾ ਲਈ, ਤੇ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਿ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਆ ਜਾਂ ਜੀਵਨ ਦਾ ਜਿੰਨਾ ਸਮਾਂ ਗੁਰੂ ਦੇ ਚਰਨਾਂ ਦੇ ਵਿੱਚ ਵਿਦਿਆ ਦਾਤਿਆਂ ਨਾਲ ਮਿਲ ਬੈਠਣ ਤੋਂ ਬਾਅਦ ਸਤ ਸੰਗੀਆਂ ਨਾਲ, ਗੁਰੂ ਪਿਆਰਿਆਂ ਨਾਲ ਲੰਘਿਆ, ਉਹਦੇ ਵਿੱਚ ਮਹਾਰਾਜ ਨੇ ਝਲਕਾਰੇ ਦਿੱਤੇ ਨੇ ਇਹਨਾਂ ਪ੍ਰਸ਼ਨਾਂ ਉੱਤਰਾਂ ਦੇ ਪਠਨ ਪਾਠਨ ਤੋਂ ਬਾਅਦ। ਉਸ ਆਨੰਦ ਦੇ, ਉਸ ਸ਼ੁਕਰਾਨੇ ਭਰੀ ਅਵਸਥਾ ਦੇ, ਜਿਸ ਦੇ ਲਈ ਅਸੀਂ ਸਾਰੇ ਤਰਸ ਰਹੇ ਹਾਂ, ਤੇ ਐਸੀਆਂ ਵੀ ਬਖਸ਼ਿਸ਼ਾਂ ਸਤਿਗੁਰੂ ਨੇ ਕੀਤੀਆਂ ਨੇ ਕਿ ਇਹੋ ਜਿਹੀਆਂ ਗੁਰਮੁਖ ਰੂਹਾਂ ਨਾਲ ਮਿਲਾਇਆ, ਜਿਹੜੀਆਂ ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਦੇ ਇਸ ਖਜ਼ਾਨੇ ਦੀ ਕਮਾਈ ਕਰਦੇ ਆ, ਆਨੰਦ ਮਾਣ ਕੇ ਜੁੜੀਆਂ, ਬਖਸ਼ਿਸ਼ ਦਾ ਪਾਤਰ ਬਣੀਆਂ। ਮੈਂ ਸਤਿਗੁਰੂ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਜਿੰਨੇ ਤੁਸੀਂ ਮਿਲ ਬੈਠੇ ਹੋ, ਇਹ ਭਾਵੇਂ ਵੱਖਰੇ ਵੱਖਰੇ ਸ਼ਹਿਰਾਂ ਤੋਂ ਹੋ, ਵੱਖਰੇ ਵੱਖਰੇ ਦੇਸ਼ਾਂ ਤੋਂ ਹੋ, ਮਹਾਰਾਜ ਕਿਰਪਾ ਕਰਨ ਇਹ ਤੁਹਾਡਾ ਮਿਲ ਬੈਠਣਾ ਸਤ ਸੰਗੀ ਸਾਂਝ ਵਾਲਾ ਬਣੇ, ਜਿਸ ਮਕਸਦ ਨਾਲ ਤੁਸੀਂ ਬੈਠਦੇ ਹੋ। ਤੇ ਇਹ ਸਤ ਸੰਗੀ ਸਾਂਝ ਦੇ ਵਿੱਚੋਂ ਸਾਨੂੰ ਵਾਹਿਗੁਰੂ ਵੱਲੋਂ ਮਿਲੀ ਹੋਈ ਉਹ ਸੁਰਤ ਜਿਹੜੀ ਹੈ, ਉਸ ਨੂੰ ਗੁਰੂ ਦੀ ਬਾਣੀ ਦੇ ਰਾਹੀਂ ਸੁਚੱਜਾ ਰੂਪ ਦੇ ਕੇ ਅਗਿਆਨਤਾ ਤੋਂ ਬ੍ਰਹਮ ਗਿਆਨ ਤੱਕ ਦੀ ਯਾਤਰਾ ਕਰਨ ਦਾ ਸੁਭਾਗ ਪ੍ਰਾਪਤ ਹੋ ਸਕੇ। ਤੁਹਾਡੇ ਸਾਰਿਆਂ ਲਈ ਇਹ ਅਰਦਾਸ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਤੇ ਤੁਹਾਡੇ ਕੋਲੋਂ ਵੀ ਮੈਂ ਝੋਲੀ ਅੱਡ ਕੇ ਇਹ ਬੇਨਤੀ ਕਰਕੇ ਮੰਗ ਕਰਦਾ ਕਿ ਮੇਰੇ ਲਈ ਵੀ ਤੁਸੀਂ ਇਹ ਜਿਹੜਾ ਪਿਓ ਦਾਦੇ ਦਾ ਗੁਰਬਾਣੀ ਦਾ ਖਜ਼ਾਨਾ ਸਾਨੂੰ ਮਿਲਿਆ ਹੈ, ਇਸ ਦੇ ਰਾਹੀਂ ਕੁਛ ਕਣੀ ਜਿਹੜੀ ਹੈ ਉਹ ਬਖਸ਼ਿਸ਼ ਦੀ ਇਸ ਤਰ੍ਹਾਂ ਨਸੀਬ ਹੋ ਸਕੇ, ਤੇ ਅਸੀਂ ਸਾਰੇ ਗੁਰੂ ਕੇ ਕਹਾਉਣ ਵਾਲੇ ਜਿਹੜੇ ਆ ਉਹ ਆਪਣੇ ਲਈ ਤੇ ਦੂਸਰਿਆਂ ਲਈ ਬਖਸ਼ਿਸ਼ ਆਪਣੀ ਝੋਲੀ ਪਵਾ ਸਕੀਏ। ਇਹਨੇ ਸ਼ਬਦ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਖਿਮਾ ਕਰ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨ ਦੀ, ਕਿਉਂਕਿ ਕੁਐਸਚਨ ਬਹੁਤ ਹੈ ਤੇ ਟਾਈਮ ਥੋੜਾ ਹੈ, ਇਸ ਕਰਕੇ ਮੈਂ ਇਸ ਗੱਲ ਦੀ ਜਿਹੜੀ ਮੈਂ ਗੁਸਤਾਖੀ ਕੀਤੀ ਹੈ ਪ੍ਰੋਫੈਸਰ ਸਾਹਿਬ, ਮੈਂ ਉਹਦੀ ਮਾਫੀ ਚਾਹੁੰਦਾ। ਤੇ ਹੁਣ ਜਿਵੇਂ ਜਿਵੇਂ ਮੇਰੇ ਕੋਲ ਕੁਐਸਚਨ ਆਏ ਹੋਏ ਹੈ ਉਸੇ ਤਰ੍ਹਾਂ ਹੀ ਮੈਂ ਪੁੱਛਾਂਗਾ। ਡਾਕਟਰ ਓਂਕਾਰ ਸਿੰਘ ਜੀ ਨੇ ਕਿਹਾ ਕਿ ਪਹਿਲਾਂ ਜਾਚਕ ਸਾਹਿਬ ਨੂੰ ਪੁੱਛ ਲਓ, ਪਰ ਮੈਂ ਮਾਫੀ ਚਾਹੁੰਦਾ ਕਿਉਂਕਿ ਕੁਐਸਚਨ ਜਿੱਦਾਂ ਆਏ ਆ ਤੇ ਜਿਵੇਂ ਪਹਿਲਾਂ ਡਿਸਾਈਡ ਕੀਤਾ ਗਿਆ ਸੀ ਉਦਾਂ ਹੀ ਆਪਾਂ ਚੱਲਾਂਗੇ। ਸਭ ਤੋਂ ਪਹਿਲਾਂ ਡਾਕਟਰ ਕੁਲਬੀਰ ਸਿੰਘ ਜੀ, ਤੁਸੀਂ 3 ਕੁਐਸਚਨ ਪੁੱਛੇ ਆ ਤੇ ਉਹ ਤਿੰਨੇ ਕੁਐਸਚਨ ਪੁੱਛ ਲਓ, ਪਰ ਮਿਹਰਬਾਨੀ ਕਰਕੇ 1.5 ਮਿੰਟ ਤੋਂ ਵੱਧ ਤੁਸੀਂ ਨਹੀਂ ਲਾਉਣਾ, ਕਿਉਂਕਿ ਫਿਰ ਉਹਨਾਂ ਨੇ ਜਦੋਂ ਜਵਾਬ ਦੇਣਾ ਉਹ ਵੀ ਲੰਬਾ ਹੋ ਜਾਏਗਾ। ਤੇ ਮੇਰੇ ਕੋਲ ਤਕਰੀਬਨ 18 ਕੋ ਕੁਐਸਚਨ ਹੈਗੇ, 20 ਕੋ ਕੁਐਸਚਨ ਹੈਗੇ ਤੇ 10 ਬੰਦੇ ਪੁੱਛਣ ਵਾਲੇ ਹੈ। ਸੋ ਡਾਕਟਰ ਕੁਲਬੀਰ ਜੀ ਸ਼ੁਰੂ ਕਰ ਲਓ ਜੀ। ਅਨਮਿਊਟ ਕਰ ਲਓ ਜੀ ਪਹਿਲਾਂ। ਡਾਕਟਰ ਕੁਲਬੀਰ ਸਿੰਘ ਆਪਣਾ ਮਾਈਕ ਆਨ ਕਰ ਲਓ ਜੀ। ਤੁਸੀਂ ਸਾਰਿਆਂ ਦੇ ਆਨ ਕਰ ਦਿਓ ਥੋੜੀ ਦੇਰ ਵਾਸਤੇ ਡਾਕਟਰ ਸਾਹਿਬ। ਚਲੋ ਮੈਂ ਕਰ ਦਿੰਦਾ। ਹਾਂਜੀ ਹਾਂਜੀ, Are you with me? ਹਾਂਜੀ ਹਾਂਜੀ ਪਲੀਜ਼। ਤੁਸੀਂ ਮਿਊਟ ਹੋ ਗਏ ਹੋ ਫਿਰ।
ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ ਡਾਕਟਰ ਸਾਹਿਬ ਤੁਸੀਂ ਸਾਰਿਆਂ ਨੂੰ ਮਿਊਟ ਕਰਤਾ ਹੈ, ਅਨਮਿਊਟ ਕਰੋ। ਹਾਂਜੀ ਹੋ ਗਿਆ ਜੀ। ਹਾਂਜੀ ਚਲੋ। ਹਾਂਜੀ ਡਾਕਟਰ ਕੁਲਬੀਰ ਸਿੰਘ, ਡਾਕਟਰ ਕੁਲਬੀਰ ਸਿੰਘ। Are you with me? ਹਾਂਜੀ ਹਾਂਜੀ ਪਲੀਜ਼ ਹਾਂਜੀ ਕੈਰੀ ਔਨ। Okay. ਯੈਸ ਸਭ ਤੋਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਜੀ ਹੋਰਾਂ ਨੂੰ ਦਾਸ ਨਤਮਸਤਕ ਕਰਦਾ ਹੈ, ਕਿਉਂਕਿ ਉਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਆਪਣੇ ਤਰੀਕੇ ਦੇ ਨਾਲ। ਮੈਂ ਐਕਚੁਅਲੀ ਜ਼ਿਆਦਾ ਟਾਈਮ ਨਹੀਂ ਲਾਂਗਾ, ਖਾਲੀ 3 ਕੁਐਸਚਨਸ ਨੇ ਮੇਰੇ, ਔਰ ਉਹ 3 ਕੁਐਸਚਨਸ ਆਪ ਜੀ ਅੱਗੇ ਇਸ ਤਰ੍ਹਾਂ ਨੇ ਕਿ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਕਿ ਮਾਫ ਕਰਨਾ। ਹਾਂਜੀ ਹਾਂਜੀ The Akal Takht has been forefront in matters of safeguarding the nation's overall moral fabric. Ikhlaq ਦੀ ਗੱਲ ਕਰੀਏ ਤਾਂ why has there been a loud silence, if not apathy, over the years? That's first question. Second question is, what is the way forward to have those members on board with the mindset of Manuvad or Brahmanvad out of the ambit of power? That's my second question. And third and the last question is, what is your take, sir, on our women folk to perform Kirtan Seva in the sanctum sanctorum of Harmandir Sahib? ਇਹ ਮੇਰੇ 3 ਪ੍ਰਸ਼ਨ ਨੇ। ਪ੍ਰੋਫੈਸਰ ਸਾਹਿਬ ਤੁਸੀਂ ਆਪਣਾ ਮਾਈਕ ਅਨਮਿਊਟ ਕਰ ਲਓ ਜੀ। ਜਥੇਦਾਰ ਸਾਹਿਬ ਤੁਹਾਡਾ ਮਾਈਕ ਅਨਮਿਊਟ ਕਰ ਲਓ ਜੀ। ਮਾਈਕ ਅਨਮਿਊਟ ਕਰ ਲਓ ਜੀ ਜਥੇਦਾਰ ਸਾਹਿਬ। ਹਾਂਜੀ ਮੈਂ ਜਿੰਨਾ ਕੁ ਅੰਗਰੇਜ਼ੀ ਵਿੱਚ ਇਹਨਾਂ ਦੇ ਪ੍ਰਸ਼ਨਾਂ ਨੂੰ ਸਮਝ ਸਕਿਆ, ਵੈਸੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਨਾਲ ਇਹ ਗੱਲ ਕਹਿਣੀ ਚਾਹਾਂਗੇ, ਪੰਜਾਬੀ ਵਿੱਚ ਹੀ ਮੇਰੇ ਨਾਲ ਪ੍ਰਸ਼ਨ ਤੁਸੀਂ ਸਾਂਝੇ ਕਰੋ। ਕਿਉਂਕਿ ਇਹਨਾਂ ਨੂੰ ਪੰਜਾਬੀ ਤਕਲੀਫ ਹੈ। ਨਹੀਂ ਚਲੋ ਮੈਂ ਤੁਹਾਨੂੰ ਸਿਰਫ ਇਹਨਾਂ ਗੱਲ ਕਹਿਣੀ ਚਾਹੁੰਦਾ ਕਿ ਸੰਖੇਪ ਉੱਤਰ ਪਹਿਲਾਂ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਰੋਲ ਹੈ ਉਹ ਅਸੀਂ ਰੋਜ਼ ਅਰਦਾਸ ਕਰਦੇ ਹਾਂ, ਹਰ ਗੁਰਸਿੱਖ 5 ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇਟ ਮੀਨਸ ਗੁਰਦੁਆਰਾ ਸਾਹਿਬਾਨ ਦੇ ਜਿਹੜਾ ਸਾਡੇ ਜੀਵਨ ਵਿੱਚ ਇੱਕ ਰੋਲ ਹੈ, ਮਹੱਤਵ ਹੈ, ਉਸ ਤੋਂ ਵੀ ਜ਼ਿਆਦਾ ਮਹੱਤਵ ਅਸੀਂ ਵਿਸ਼ੇਸ਼ ਤੌਰ ਤੇ 5 ਤਖਤਾਂ ਨੂੰ ਦਿੱਤਾ ਹੋਇਆ, ਇਸ ਕਰਕੇ ਕਿ 5 ਤਖਤ ਤੋਂ ਸਾਡੇ ਗੁਰੂ ਕੇ ਕਹਾਉਣ ਵਾਲਿਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੁੰਦੀ ਹੈ। ਤੇ ਇਹ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਇਸ ਤਰ੍ਹਾਂ ਦਾ ਵਰਤਾਰਾ ਚੱਲਿਆ ਆਇਆ ਹੈ ਕਿ ਹਰ ਜਗ੍ਹਾ ਦੇ ਉੱਤੇ ਸਰੀਰਕ ਤੌਰ ਤੇ ਗੁਰੂ ਸਾਹਿਬ ਆਪ ਪਹੁੰਚ ਨਹੀਂ ਸੀ ਸਕਦੇ ਹੁੰਦੇ, ਤੇ ਉੱਥੇ ਦੇ ਜਿਹੜੇ ਗੁਰਸਿੱਖ ਸੰਗਤਾਂ ਹੁੰਦੀਆਂ ਸੀ, ਉੱਥੋਂ ਦੇ ਪ੍ਰਤੀਨਿਧ ਗੁਰਸਿੱਖ ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੇ ਪ੍ਰਸ਼ਨ ਤੇ ਉਹਨਾਂ ਦੀਆਂ ਭੇਟਾਵਾਂ ਲੈ ਕੇ ਗੁਰੂ ਘਰ ਵਿੱਚ ਆਉਂਦੇ ਹੁੰਦੇ ਸੀ। ਸਾਲ ਵਿੱਚ 2 ਵਾਰੀ 3 ਵਾਰੀ ਜਦੋਂ ਵੀ ਸਮਾਂ ਬਣਦਾ ਸੀ, ਤੇ ਉੱਥੋਂ ਗੁਰੂ ਸਾਹਿਬ ਦੀਆਂ ਅਸੀਸਾਂ ਤੇ ਗੁਰੂ ਸਾਹਿਬ ਵੱਲੋਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਉੱਥੋਂ ਦਿੱਤੇ ਜਾਂਦੇ ਸੀਗੇ, ਤੇ ਉਹ ਗੁਰਸਿੱਖ ਆ ਕੇ ਮਹਾਰਾਜ ਵੱਲੋਂ ਤਰਜਮਾਨ ਬਣ ਕੇ ਉਧਰ ਆ ਕੇ ਆਪਣੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਉਹ ਦਿੰਦੇ ਹੁੰਦੇ ਸੀਗੇ ਮਹਾਰਾਜ ਵੱਲੋਂ ਮਿਲੇ ਹੋਏ ਉਪਦੇਸ਼, ਤੇ ਨਾਲੇ ਜੋ ਅਸੀਸਾਂ ਮਹਾਰਾਜ ਨੇ ਦਿੱਤੀਆਂ ਹੁੰਦੀਆਂ ਸੀ ਉਹਨਾਂ ਦਾ ਪ੍ਰਗਟਾਵਾ ਆ ਕੇ ਕਰ। ਇਸ ਤਰ੍ਹਾਂ ਦੁਵੱਲਾ ਇੱਕ ਗਿਆਨ ਦਾ ਆਦਾਨ ਪ੍ਰਦਾਨ ਹੁੰਦਾ ਰਹਿੰਦਾ ਸੀ, ਵਟਾਂਦਰਾ ਹੁੰਦਾ ਰਹਿੰਦਾ ਸੀ। ਫਿਰ ਇਹ ਸਮਾਂ ਪਾ ਕੇ ਤਖਤਾਂ ਤੱਕ ਸੀਮਤ ਹੋ ਗਿਆ ਗੁਰਦੁਆਰਿਆਂ ਦੇ ਨਾਲ ਨਾਲ। ਭਈ ਜਿਹੜੀਆਂ ਪੰਥਕ ਤੌਰ ਤੇ, ਕੌਮੀ ਤੌਰ ਤੇ ਕੋਈ ਸਮੱਸਿਆਵਾਂ ਨੇ, ਈਵਨ ਤੁਹਾਡੇ ਪਰਿਵਾਰਕ ਤੌਰ ਤੇ ਵੀ ਜਾਂ ਤੁਹਾਡੇ ਕਾਰਜਾਂ ਨਾਲ ਸੰਬੰਧਿਤ ਸਮੱਸਿਆਵਾਂ, ਤੁਸੀਂ ਉਹ ਲਿਆ ਕੇ ਜਿਵੇਂ ਗੁਰੂ ਸਾਹਿਬ ਦੇ ਵੇਲੇ ਹੁੰਦਾ ਸੀ ਤੁਸੀਂ ਕਰ ਸਕਦੇ ਹੋ। ਹੁਣ ਗੱਲ ਇੰਨੀ ਕੁ ਹੈ ਗੁਰੂ ਪਿਆਰਿਓ ਕਿ ਜੇ ਤੇ ਅਕਾਲ ਤਖਤ ਸਾਹਿਬ ਤੇ ਜਾਂ 5 ਤਖਤਾਂ ਤੇ ਜਥੇਦਾਰ ਸਾਹਿਬਾਨ ਜਿਹੜੇ ਮੁਖੀ ਉੱਥੇ ਬਣਾਏ ਗਏ ਨੇ, ਜ਼ਿੰਮੇਵਾਰੀ ਦਿੱਤੀ ਗਈ ਜਿਨ੍ਹਾਂ ਨੂੰ, ਜੇ ਤੇ ਉਹ ਇਸ ਭਾਵਨਾ ਨੂੰ ਸਮਝਦੇ ਨੇ ਕਿ ਅਸੀਂ ਤਰਜਮਾਨ ਹਾਂ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਸਿੱਖਾਂ ਤੱਕ ਪਹੁੰਚਾਉਣ ਲਈ ਵੀ, ਤੇ ਸਿੱਖਾਂ ਦੀਆਂ
ਸਮੱਸਿਆਵਾਂ ਨੂੰ, ਨਿੱਜੀ ਤੇ ਕੌਮੀ ਸਮੱਸਿਆਵਾਂ ਜਿਹੜੀਆਂ ਨੇ, ਉਹਨਾਂ ਨੂੰ ਮਿਲ ਬੈਠ ਕੇ ਵਿਚਾਰ ਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਰੋਸ਼ਨੀ ਵਿੱਚ, ਤੇ ਉਹ ਫਿਰ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਸੰਦੇਸ਼ ਜਾਰੀ ਕਰਨੇ, ਆਦੇਸ਼ ਜਾਰੀ ਕਰਨੇ। ਜੇ ਤੇ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਸਮਝ ਸਮਰੱਥਾ ਗੁਰੂ ਵੱਲੋਂ ਮਿਲੀ ਹੋਈ ਹੈ ਔਰ ਚਾਓ ਹੈ, ਤੇ ਨਾਲ ਆਪਣੇ ਫਰਜ਼ਾਂ ਦਾ, ਜ਼ਿੰਮੇਵਾਰੀਆਂ ਦਾ ਅਹਿਸਾਸ ਹੈ, ਤਾਂ ਤੇ ਠੀਕ ਹੈ। ਨਹੀਂ ਤੇ ਬਹੁਤੀ ਵਾਰੀ ਫਿਰ ਇਸ ਤਰ੍ਹਾਂ ਵੀ ਹੁੰਦਾ ਆਇਆ ਕਿ ਉੱਥੇ ਅਨੈਤਿਕ ਤਰੀਕੇ ਨਾਲ ਧੜੇ ਵਿੱਚ ਖੜ ਕੇ ਜਾਂ ਆਪਣੀ ਨਾ ਸਮਝੀ ਨਾਲ, ਆਪਣੀਆਂ ਕਮਜ਼ੋਰੀਆਂ ਕਰਕੇ, ਆਪਣੀਆਂ ਗਰਜ਼ਾਂ ਕਰਕੇ ਸਿੱਖ ਕਹਾਉਣ ਵਾਲਿਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਹੁੰਦੀ ਰਹੀ। ਤੇ ਅੱਜ ਵੀ ਜੇ ਵਰਤਾਰਾ ਤੁਹਾਨੂੰ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਤੇ ਉਹਦੇ ਪਿੱਛੇ ਕਾਰਨ ਇਹਨਾਂ, ਉਹਦੇ ਵਿਸਤਾਰ ਦੇ ਵਿੱਚ ਜਾਣ ਦੀ ਅੱਜ ਲੋੜ ਨਹੀਂ ਹੈ। ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ, ਜੇ ਸਾਨੂੰ ਤੁਸੀਂ ਗੁਰਸਿੱਖਾਂ ਰਾਹੀਂ ਇਹ ਅਰਦਾਸ ਕਰਨ ਦੀ ਸੋਝੀ ਦਿੱਤੀ ਹੈ ਕਿ 5 ਤਖਤਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਤਾਂ ਉਹ 5 ਤਖਤਾਂ ਨੂੰ ਸਾਡੀਆਂ ਭਾਵਨਾਵਾਂ ਦਾ ਤਰਜਮਾਨ ਬਣਾਉਣ ਵਾਸਤੇ ਐਸੇ ਸੱਜਣਾ ਦੀ ਉੱਥੇ ਸੇਵਾ ਆਪ ਬਖਸ਼ਿਸ਼ ਕਰਕੇ ਲਵਾਓ, ਜਿਹੜੇ ਸਾਡੀਆਂ ਭਾਵਨਾਵਾਂ ਦੀ ਗੁਰੂ ਉਪਦੇਸ਼ ਦੇ ਰਾਹੀਂ ਤਰਜਮਾਨੀ ਕਰਕੇ ਸਾਡੀਆਂ ਭਾਵਨਾਵਾਂ ਨੂੰ ਗੁਰੂ ਉਪਦੇਸ਼ ਅਨੁਸਾਰ ਸੰਤੁਸ਼ਟ ਕਰ ਸਕਣ। ਦੂਸਰੀ ਗੱਲ ਜਿਹੜੀ ਹੈ, ਦੂਸਰਾ ਪ੍ਰਸ਼ਨ ਕੀ ਸੀ? ਮਨੂਵਾਦ ਬਾਰੇ ਜੀ। ਮਨੂਵਾਦ ਕਿਉਂ ਫੈਲ ਗਿਆ ਸਿੱਖਾਂ ਦੇ ਵਿੱਚ? ਉਹ ਫਿਰ ਮੈਂ ਉਹੀ ਗੱਲ ਕਹਾਂ ਜੀ ਕਿ ਉਹ ਜਦੋਂ ਆਪਾਂ ਪ੍ਰਸ਼ਨੋਤਰੀ ਦੀ ਗੱਲ ਕਰ ਰਹੇ ਸੀ, ਮਿਲੀ ਹੋਈ ਸੋਝੀ ਜਿਹੜੀ ਹੈ, ਜੇ ਤੇ ਅਸੀਂ ਗੁਰੂ ਉਪਦੇਸ਼ ਦੀ ਰੋਸ਼ਨੀ ਵਿੱਚ ਬੈਠ ਕੇ ਸਤ ਸੰਗੀਆਂ ਵਾਂਗ ਉਹ ਪਠਨ ਪਾਠਨ ਕਰਦਿਆਂ ਹੋਇਆਂ ਉਸ ਉਪਦੇਸ਼ ਨੂੰ ਕੇਵਲ ਪੜ੍ਹਨ ਪੜ੍ਹਾਉਣ ਤੱਕ ਹੀ ਸੀਮਤ ਨਹੀਂ ਰੱਖਾਂਗੇ, ਬਲਕਿ ਉਸ ਨੂੰ ਕਮਾਉਣ ਦੇ ਲਈ ਜਿਹੜੀ ਅਸੀਂ ਰੋਜ਼ ਅਰਦਾਸ ਵੀ ਕਰਦੇ ਹਾਂ, ਸੱਚੇ ਪਾਤਸ਼ਾਹ ਹੁਕਮਨਾਮਾ ਬਖਸ਼ੋ ਤੇ ਹੁਕਮ ਅਨੁਸਾਰ ਚੱਲਣ ਦੀ ਬਲ ਬੁੱਧੀ ਬਖਸ਼ੋ, ਇਹ ਰੋਜ਼ ਅਰਦਾਸ ਕਰਦੇ ਹਾਂ। ਪਰ ਹੁੰਦਾ ਕੀ ਪਿਆ, ਬਾਹਰ ਆ ਕੇ ਹੁਕਮ ਅਨੁਸਾਰ ਚੱਲਣ ਦੀ ਬਲ ਬੁੱਧੀ ਜਿਹੜੀ ਅਸੀਂ ਮੰਗ ਕੀਤੀ, ਉਹਦੇ ਬਜਾਏ ਉਹ ਬਲ ਬੁੱਧੀ ਨੂੰ ਫਿਰ ਸੰਸਾਰ ਦੇ ਰੰਗ ਤਮਾਸ਼ਿਆਂ ਜਾਂ ਸੰਸਾਰ ਦੀ ਜਿਹੜੀ ਇੱਕ ਮਨੋਬਿਰਤੀ ਹੈ, ਉਹਦੇ ਵਿੱਚ ਫਿਰ ਅਸੀਂ ਸ਼ਾਮਲ ਕਰ ਦਿੰਦੇ ਹਾਂ ਤੇ ਸੰਸਾਰ ਦੀ ਭੀੜ ਵਿੱਚ ਗਵਾਚ ਜਾਂਦੇ ਹਾਂ। ਉਪਦੇਸ਼ ਵਿੱਚ ਤੇ ਉਪਦੇਸ਼ ਦੇ ਅਮਲ ਵਿੱਚ ਫਰਕ ਰਹਿ ਜਾਂਦਾ ਹੈ, ਖੜੋਤ ਜੀਵਨ ਵਿੱਚ ਉਦਾਂ ਹੀ ਰਹਿੰਦੀ ਹੈ। ਹੁਣ ਸੰਸਾਰ ਦੇ ਵਿੱਚ ਇਸ ਵੇਲੇ ਜਿਹੜੀ ਦੌੜ ਭੱਜ ਹੈ, ਉਹ ਸਿੱਖਾਂ ਵਿੱਚ ਵੀ ਹੈਗੀ ਹੈ। ਸਿੱਖ ਵੀ ਮਨੁੱਖ ਪਹਿਲਾਂ ਨੇ ਤੇ ਬਾਅਦ ਵਿੱਚ ਸਿੱਖ ਨੇ, ਕਿਉਂਕਿ ਮਨੁੱਖ ਨੇ ਹੀ ਸਿੱਖ ਬਣਨਾ ਹੁੰਦਾ ਹੈ, ਤੇ ਸਿੱਖ ਤਾਂ ਬਣਨਾ ਹੁੰਦਾ ਹੈ ਜੇ ਸਿੱਖੀ ਸਿੱਖਿਆ ਗੁਰ ਵਿਚਾਰ ਦਾ ਅਮਲ ਆਪਣੇ ਜੀਵਨ ਵਿੱਚ ਲਿਆਂਦਾ ਜਾਏਗਾ। ਅਸੀਂ ਸਮਝਦੇ ਹਾਂ ਕਿ ਗੁਰੂ ਘਰ ਵਿੱਚ ਮੱਥਾ ਟੇਕ ਲਿਆ ਤੇ ਪੈਸੇ ਚੜਾਤੇ ਕੁਛ, ਤੇ ਬਸ ਉੱਥੇ ਲੰਗਰ ਕਰਵਾਤੇ, ਕੁਝ ਸਮਾਂ ਬਹਿ ਕੇ ਕੀਰਤਨ ਸੁਣ ਲਿਆ, ਕਰ ਲਿਆ, ਲੈਕਚਰ ਕਰ ਲਏ, ਪ੍ਰਬੰਧ ਦੇ ਜੱਫੇ ਮਾਰ ਲਏ, ਉਹਦਾ ਨਤੀਜਾ ਕੀ ਨਿਕਲ ਰਿਹਾ ਹੈ? ਤੇ ਜੋ ਕੁਝ ਅਸੀਂ ਸੰਸਾਰ ਦੇ ਵਿੱਚ ਦੇਖ ਰਹੇ ਹਾਂ, ਆਪਣੇ ਪਰਿਵਾਰ ਦੇ ਸੰਸਕਾਰਾਂ ਰਾਹੀਂ ਜਾਂ ਦੂਸਰੇ ਜਿਹੜੇ ਸਾਡੇ ਸੰਪਰਕ ਵਿੱਚ ਆਉਂਦੇ ਹੈ, ਉਹ ਸਾਡੇ ਉੱਤੇ ਉਦਾਂ ਹੀ ਹਾਵੀ ਰਹਿੰਦੇ ਹੈ। ਇੱਥੋਂ ਤੱਕ ਕਿ ਅਸੀਂ ਉਹ ਬਿਰਤੀਆਂ ਨੂੰ ਗੁਰੂ ਦੇ ਉੱਤੇ, ਗੁਰੂ ਘਰਾਂ ਤੇ ਵੀ ਲਾਗੂ ਕਰਕੇ ਜ਼ਾਤਾਂ ਪਾਤਾਂ ਦੇ ਨਾਮ ਤੇ ਗੁਰਦੁਆਰੇ ਬਣਾ ਲਏ, ਆਪਣੀ ਹਉਮੈ ਦੇ ਅਧੀਨ ਗੁਰਦੁਆਰੇ ਬਣਾ ਲਏ। ਗੁਰੂ ਘਰ ਦੇ ਕੋਲੋਂ ਉਹ ਆਪਣੇ ਪ੍ਰਸ਼ਨਾਂ ਦਾ ਉੱਤਰ ਲੈਣ ਵਾਸਤੇ, ਅਗਵਾਈ ਲੈਣ ਵਾਸਤੇ ਨਹੀਂ ਗੁਰਦੁਆਰੇ ਬਹੁਤੇ ਬਣਾਏ, ਅਸੀਂ ਲੋੜ ਵਾਸਤੇ ਨਹੀਂ ਬਣਾਏ, ਆਪਣੀ ਹਉਮੈ ਨੂੰ, ਆਪਣੀ ਜ਼ਾਤ ਪਾਤ ਨੂੰ ਪੱਠੇ ਪਾਉਣ ਵਾਸਤੇ, ਵਖਰੇਵੇਂ ਵਾਸਤੇ ਇਹ ਬਣਾਤਾ। ਹੁਣ ਤੁਸੀਂ ਜਿਹੜਾ ਪ੍ਰਸ਼ਨ ਪੁੱਛਦੇ ਹੋ ਕਿ ਮਨੂਵਾਦ ਕਿਉਂ ਹੋਇਆ, ਇਸ ਕਰਕੇ ਹੋਇਆ ਕਿ ਸਾਨੂੰ ਜਿਸ ਜ਼ਾਤ ਪਾਤ ਦੇ ਵਖਰੇਵਿਆਂ ਤੋਂ ਦੂਰ ਕਰਕੇ ਗੁਰੂ ਸਾਹਿਬ ਕਹਿੰਦੇ ਸੀ ਕਿ ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਉਹ ਅਸੀਂ ਪੜ੍ਹ ਲਿਆ, ਸੁਣ ਲਿਆ, ਮੈਨੂੰ ਯਾਦ ਹੋਇਆ, ਮੈਂ ਤੁਹਾਨੂੰ ਸੁਣਾਤਾ, ਪਰ ਨਾ ਮੈਂ ਮੰਨਿਆ ਨਾ ਤੁਸੀਂ ਮੰਨਿਆ, ਤੇ ਉਹ ਅਸੀਂ ਉਸੇ ਚੱਕਰਾਂ 'ਚ ਪਏ ਰਹੇ। ਆਪਣੇ ਪੁੱਤਰਾਂ ਧੀਆਂ ਨੂੰ ਵੀ ਫਿਰ ਉਹੀ ਕੁਝ ਅਸੀਂ ਸੰਸਕਾਰ ਦਿੱਤੇ, ਨਾ 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 ਨਾ, ਉਹ ਭਾਪਾ ਹੈ, ਉਹ ਜੱਟ ਹੈ, ਉਹ ਖੱਤਰੀ ਹੈ, ਉਹ ਜਿਹੜਾ ਹੈ ਉਹ ਸੋ ਕਾਲਡ ਮਜਬੀ ਹੈ, ਉਹ ਰਵਦਾਸੀਆ ਹੈ, ਉਹ ਨਾ 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 ਨਾ, ਉੱਥੇ ਨਹੀਂ। ਇਹ ਸੰਸਕਾਰ ਅਸੀਂ ਪੀੜ੍ਹੀ ਦਰ ਪੀੜ੍ਹੀ ਦਿੰਦੇ ਆ ਰਹੇ ਹਾਂ, ਉਹਦਾ ਨਤੀਜਾ ਵੀ ਭੁਗਤ ਰਹੇ ਹਾਂ, ਤੇ ਗੁਰੂ ਦੇ ਬਖਸ਼ਿਸ਼ ਨਾਲੋਂ ਵੀ ਟੁੱਟ ਰਹੇ ਹਾਂ। ਇਸ ਕਰਕੇ ਟੁੱਟ ਰਹੇ ਹਾਂ ਕਿ ਜਿਹੜੀ ਸੋਝੀ ਪ੍ਰਮਾਤਮਾ ਨੇ ਸਾਨੂੰ ਦਿੱਤੀ, ਉਹਨੂੰ ਗੁਰੂ ਅਨੁਸਾਰ ਬਣਾਉਣ ਦੀ ਬਜਾਏ ਅਸੀਂ ਸੰਸਾਰ ਅਨੁਸਾਰ ਬਣਾਉਣ ਵਾਲੇ ਪਾਸੇ ਰੁਚਿਤ ਤਾਂ, ਇਸ ਕਰਕੇ ਮਨੂਵਾਦ ਸਾਡੇ ਤੇ ਭਾਰੀ ਹੈ। ਤੀਜਾ ਪ੍ਰਸ਼ਨ ਜਿਹੜਾ ਤੁਸੀਂ ਕੀਤਾ ਸੀਗਾ ਜੀ, ਉਹ ਕੀ ਸੀ? ਇਸਤਰੀਆਂ ਦੇ ਕੀਰਤਨ ਕਰਨ ਵਾਲੇ। ਹਾਂ, ਤੁਹਾਡੀ ਜਾਣਕਾਰੀ ਲਈ, ਜਦੋਂ ਅਕਾਲ ਤਖਤ ਸਾਹਿਬ ਦੀ ਸੇਵਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਸੀ, ਡਾਕਟਰ ਓਂਕਾਰ ਸਿੰਘ ਹੋਰੀ ਜਾਣਦੇ ਨੇ, ਬਹੁਤੇ ਸੱਜਣਾਂ ਨੂੰ ਹੀ ਪਤਾ ਕਿ ਮਹਾਰਾਜ ਨੇ ਬਹੁਤ ਸਾਰੀਆਂ ਉਸ ਸਮੇਂ ਦੌਰਾਨ, ਭਾਵੇਂ ਉਹ ਗੋਲੀਆਂ ਦੀ ਭਾਸ਼ਾ 'ਚ ਇੱਕ ਦੂਜੇ ਦੇ ਪ੍ਰਤੀ
ਮੰਦ ਭਾਵਨਾ ਵਾਲਾ ਸਮਾਂ ਸੀਗਾ, ਮਰਨ ਮਰਾਉਣ ਦੀਆਂ ਗੱਲਾਂ, ਖੂਨ ਖਰਾਬੇ ਦੀਆਂ ਗੱਲਾਂ ਚੱਲਦੀਆਂ ਸੀ, ਪਰ ਉਸ ਵੇਲੇ ਵੀ ਕੁਝ ਸੇਵਾਵਾਂ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੀਆਂ ਤਰਸ ਕਰਕੇ ਲਈਆਂ, ਜਿਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਹਰਿਮੰਦਰ ਸਾਹਿਬ ਦੇ ਵਿੱਚ ਬੀਬੀਆਂ ਨੂੰ ਸੇਵਾ ਕਰਨ ਦਾ ਅਧਿਕਾਰ ਨਹੀਂ ਹੈ, ਕੀਰਤਨ ਦੀ ਗੱਲ ਤੇ ਬਹੁਤ ਦੂਰ ਦੀ। ਤਾਂ ਉਹਦੇ ਲਈ ਪੰਜ ਸਿੰਘ ਸਾਹਿਬਾਨਾਂ ਨੂੰ ਬਿਠਾ ਕੇ, ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਬਿਠਾ ਕੇ ਵਿਚਾਰ ਵਟਾਂਦਰਾ ਕਰਕੇ, ਮੇਰੇ ਤੇ ਬਹੁਤ ਜ਼ਿਆਦਾ ਸਿੰਘ ਸਾਹਿਬਾਨ ਵੱਲੋਂ ਵੀ ਇਹ ਪ੍ਰੈਸ਼ਰ ਸੀਗਾ ਕਿ ਇਹ ਆਪਾਂ ਨਾ ਇਸ ਚੱਕਰ 'ਚ ਪਈਏ, ਕਿਸੇ ਨੇ ਨਹੀਂ ਮੰਨਣਾ ਕਰਨਾ। ਪਰ ਫਿਰ ਵੀ ਮਹਾਰਾਜ ਕੋਲ ਅਰਦਾਸ ਕਰਕੇ ਉਸ ਵੇਲੇ ਪੰਜ ਸਿੰਘ ਸਾਹਿਬਾਨਾਂ ਦੇ ਰਾਹੀਂ ਇੱਕ ਆਦੇਸ਼ ਹੁਕਮਨਾਮਾ ਕੌਮ ਦੇ ਨਾਮ ਤੇ ਜਾਰੀ ਕਰਵਾਇਆ ਸੀ, ਜਿਹੜਾ ਅੱਜ ਵੀ ਇਤਿਹਾਸ ਦਾ ਪੰਨਾ ਬਣਿਆ ਹੋਇਆ ਹੈ। ਉਹ ਇਤਿਹਾਸਕ ਦਸਤਾਵੇਜ਼ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਦੇ ਦਸਤਖਤਾਂ ਹੇਠ ਆਦੇਸ਼ ਜਾਰੀ ਹੋਇਆ ਕਿ ਹਰਿਮੰਦਰ ਸਾਹਿਬ ਦੇ ਵਿੱਚ ਬੀਬੀਆਂ ਸੇਵਾ ਕਰ ਸਕਦੀਆਂ ਨੇ। ਉਹਨਾਂ ਲਈ ਇੱਕ ਕੋਡ ਆਫ ਕੰਡਕਟ ਬਣਾਤਾ ਗਿਆ ਸੀਗਾ ਕਿ ਇਸ ਤਰੀਕੇ ਦੇ ਨਾਲ ਤੁਸੀਂ ਪਹਿਰਾਵਾ ਪਾ ਕੇ ਆਓ, ਇਸ ਤਰ੍ਹਾਂ ਆਪਣੇ ਨਾਲ ਕੋਈ ਮੇਲ ਸੱਜਣ ਲੈ ਕੇ ਆਓ, ਘਰ ਦਾ ਪਰਿਵਾਰ ਦਾ ਮੇਲ ਮੈਂਬਰ ਲੈ ਕੇ ਆਓ, ਤਾਂ ਕਿ ਰਾਤ ਨੂੰ ਆਉਣਾ ਜੇ ਸੇਵਾ ਕਰਨ ਵਾਸਤੇ ਤਾਂ ਉਸ ਵੇਲੇ ਕੋਈ ਮਿਸਹੈਪ ਨਾ ਹੋਵੇ। ਇਸ ਤਰ੍ਹਾਂ ਦੀਆਂ ਸ਼ਰਤਾਂ ਤੈਅ ਕਰਤੀਆਂ ਔਰ ਉਸ ਤੋਂ ਬਾਅਦ ਨਾ ਕੇਵਲ ਆਦੇਸ਼ ਜਾਰੀ ਕੀਤਾ, ਮੈਂ ਆਪ ਸਿੱਖ ਸੰਗਤਾਂ ਨੂੰ ਲੈ ਕੇ ਉਹ ਸੇਵਾ ਕਰਨ ਵਾਸਤੇ ਆਏ ਤੇ ਮੇਰੇ ਖਿਲਾਫ ਡਾਂਗਾ ਲੈ ਕੇ ਉਸ ਵੇਲੇ ਦਰਸ਼ਨੀ ਜੋੜੀ ਤੇ ਸਿੱਖ ਆ ਗਏ ਸੀਗੇ। 1.5 ਘੰਟਾ ਮੈਨੂੰ ਉਹਨਾਂ ਦੀਆਂ ਡਾਂਗਾਂ ਤਲਵਾਰਾਂ ਦਾ ਸਾਹਮਣਾ ਕਰਨਾ ਪਿਆ। ਫਿਰ ਵੀ ਮੈਂ ਉਹਨਾਂ ਨੂੰ ਆਖਿਆ ਵੀ ਆਓ ਵਿਚਾਰ ਕਰੀਏ ਬੈਠ ਕੇ, ਤੇ ਉਸ ਵੇਲੇ ਵਿਚਾਰ ਕਰਦੇ ਆ, ਉਹਨਾਂ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਆ। ਫਿਰ ਅੰਦਰ ਜਾ ਕੇ ਥੋੜਾ ਹੀ ਸਮਾਂ ਭਾਵੇਂ ਰਹਿ ਗਿਆ ਸੀ, ਸੇਵਾ ਕੀਤੀ। ਪਰ ਮੇਰੇ ਤੋਂ ਬਾਅਦ ਕਿਉਂਕਿ ਦੂਜੇ ਜਥੇਦਾਰ ਸਾਹਿਬਾਨ ਜਿਹੜੇ ਆਏ ਉਸ ਨੂੰ ਫਿਰ ਉਸ ਤਰ੍ਹਾਂ ਲਾਗੂ ਨਹੀਂ ਕਰ ਸਕੇ, ਜਾਂ ਉਹਨਾਂ ਨੇ ਲਾਗੂ ਕਰਨਾ ਨਹੀਂ ਚਾਹਿਆ, ਸ਼੍ਰੋਮਣੀ ਕਮੇਟੀ ਨੇ ਉਹਨੂੰ ਲਾਗੂ ਨਹੀਂ ਕਰਨਾ ਚਾਹਿਆ, ਤੇ ਗੱਲ ਉੱਥੇ ਦੀ ਉੱਥੇ ਖੜੀ ਹੈ। ਪਰ ਤੁਹਾਡੀ ਜਾਣਕਾਰੀ ਲਈ ਇਹ ਆਦੇਸ਼ ਅਕਾਲ ਤਖਤ ਸਾਹਿਬ ਤੋਂ ਬੀਬੀਆਂ ਦੇ ਸੇਵਾ ਕਰਨ ਦਾ ਜਾਰੀ ਹੋ ਚੁੱਕਿਆ। ਡਾਕਟਰ ਗੁਰਪਾਲ ਸਿੰਘ ਜੀ ਭੁੱਲਰ ਸਾਹਿਬ, ਵਾਸ਼ਿੰਗਟਨ DC ਤੋਂ। ਗੁਰਪਾਲ ਜੀ, ਤੁਸੀਂ ਪੁੱਛੋ ਜੀ ਆਪਣੇ ਕੁਐਸਚਨ ਹੁਣ। ਹੈਗੇ ਹੋ ਜੀ? ਹਾਂਜੀ, ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਪਤਾ ਟਾਈਮ ਬਹੁਤ ਚੱਲ ਪਿਆ ਹੈ ਤੇ ਮੈਂ ਸਿਰਫ ਇੱਕ ਸਵਾਲ ਹੀ ਪੁੱਛਾਂਗਾ। ਅਕਾਲ ਤਖਤ ਸਾਹਿਬ ਦੇ ਆਸ-ਪਾਸ ਅੱਜ ਕੱਲ ਅਖੰਡ ਪਾਠ ਬੇਅੰਤ ਹੋ ਕੇ ਵਿਕਾਊ ਹਨ, ਕੀ ਇਹ ਮਨਮਤ ਹੈ? ਹਾਂਜੀ, ਇਹ ਮਨਮਤ ਹੈ ਜੀ। ਗੁਰੂ ਮਤ ਅਨੁਸਾਰ ਸਾਡੇ ਲਈ ਸਿੱਖ ਰਹਿਤ ਮਰਿਆਦਾ ਵਿੱਚ ਵੀ ਆਗਿਆ ਇਹੀ ਹੈ ਕਿ ਸਹਿਜ ਪਾਠ ਹਰ ਗੁਰਸਿੱਖ ਆਪਣਾ ਰੱਖੇ, ਤੇ ਭਾਵੇਂ ਇੱਕ ਸ਼ਬਦ ਹੀ ਪੜ੍ਹੇ, ਉਹ ਅਰਥਾਂ ਸਮੇਤ ਆਪ ਪੜ੍ਹੇ। ਪਰ ਜੇ ਉਸ ਦੇ ਕੋਲੋਂ ਇਸ ਤਰ੍ਹਾਂ ਸੰਭਵ ਨਹੀਂ ਹੁੰਦਾ ਤਾਂ ਉਹ ਗੁਰੂ ਕੇ ਪਿਆਰਿਆਂ ਕੋਲੋਂ ਪਾਠ ਬੈਠ ਕੇ ਸੁਣੇ, ਭਾਵੇਂ ਉਹ ਸਹਿਜ ਪਾਠ ਦੇ ਰੂਪ ਵਿੱਚ, ਭਾਵੇਂ ਉਹ ਅਖੰਡ ਪਾਠ ਦੇ ਰੂਪ ਵਿੱਚ ਹੀ। ਹਾਲਾਂਕਿ ਅਖੰਡ ਪਾਠ ਸਾਹਿਬ ਦੀ ਮਰਿਆਦਾ ਕਿਸੇ ਹੋਰ ਹਾਲਾਤਾਂ ਦੇ ਵਿੱਚ ਸੀਗੀ, ਪਰ ਅੱਜ ਜੇ ਅਸੀਂ ਆਪਣੇ ਦੁੱਖ ਸੁੱਖ ਦੇ ਵਿੱਚ ਮੌਕਿਆਂ ਤੇ ਇਸ ਤਰ੍ਹਾਂ ਅਖੰਡ ਪਾਠ ਸਾਹਿਬ ਗੁਰੂ ਘਰ ਨੂੰ, ਗੁਰੂ ਸਾਹਿਬ ਨੂੰ ਲਿਆ ਕੇ ਪ੍ਰਕਾਸ਼ ਕਰਕੇ ਪਾਠ ਕਰਾਉਂਦੇ ਆ, ਜਾਂ ਗੁਰੂ ਘਰ ਦੇ ਵਿੱਚ ਕਰਾਉਂਦੇ ਆ, ਤੇ ਉੱਥੇ ਵੀ ਸਾਡੇ ਲਈ ਆਪਣਾ ਅਕਾਲ ਤਖਤ ਤੋਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਵਿੱਚ ਇਹ ਆਦੇਸ਼ ਹੈ ਕਿ ਭਾਈ ਪਾਠ ਰਖਾ ਕੇ ਆਪ ਪਾਠ ਸੁਣੋ ਤੇ ਯਥਾ ਜਗਤ ਸੇਵਾ ਕਰੋ, ਤੇ ਫਿਰ ਹੀ ਇਹਦਾ ਫਲ ਤੁਹਾਨੂੰ ਮਿਲਣਾ ਹੈ। ਨਹੀਂ ਤੇ ਆ ਜਿਹੜਾ ਕਾਰਜ ਹੈ ਇਹ ਗੁਰਮਤ ਅਨੁਸਾਰ ਨਹੀਂ ਹੈ। ਉਹ ਭਾਵੇਂ ਅਕਾਲ ਤਖਤ ਸਾਹਿਬ ਦੇ ਆਸ-ਪਾਸ ਹੋ ਰਿਹਾ ਹੈ ਤੇ ਭਾਵੇਂ ਪਿੰਡ ਦੇ ਇੱਕ ਸਧਾਰਨ ਗੁਰਦੁਆਰੇ ਵਿੱਚ ਹੋ ਰਿਹਾ ਹੈ। ਇਹ ਸਿੱਖ ਰਹਿਤ ਮਰਿਆਦਾ ਸਾਰਿਆਂ ਲਈ ਇੱਕੋ ਜਿਹੀ ਜਿਹੜੀ ਹੈ ਉਹ ਲਾਗੂ ਹੁੰਦੀ ਹੈ, ਭਾਵੇਂ ਉਹ ਅਕਾਲ ਤਖਤ ਸਾਹਿਬ ਹੈ ਤੇ ਭਾਵੇਂ ਉਹ ਕੋਈ ਸਧਾਰਨ ਅਸਥਾਨ ਹੈ। ਸਰਦਾਰ ਬਲਬੀਰ ਸਿੰਘ ਜੀ, ਤੁਸੀਂ ਪੁੱਛ ਲਓ ਫੀਨਿਕਸ ਤੋਂ। ਸਰਦਾਰ ਬਲਬੀਰ ਸਿੰਘ ਹੈਗੇ ਹੋ ਹਾਂਜੀ, ਜੀ? ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਬਹੁਤ ਬਹੁਤ ਸ਼ੁਕਰੀਆ। ਅੱਜ ਦਾ ਸੈਸ਼ਨ ਬਹੁਤ ਹਾਂਜੀ ਵਧੀਆ ਰਿਹਾ ਹੈ। ਮੇਰੇ ਕੋਲ 3 ਕੁਐਸਚਨ ਤੁਹਾਡੇ ਵਾਸਤੇ। ਪਹਿਲਾ ਕੁਐਸਚਨ ਤੇ ਤੁਸੀਂ ਮੇਰਾ ਆਨਸਰ ਕਰ ਦਿੱਤਾ ਹੈ ਕਿ ਬੀਬੀਆਂ ਨੂੰ ਗੁਰਦੁਆਰੇ ਕੀਰਤਨ ਵਾਸਤੇ ਕਿਉਂ ਨਹੀਂ ਅਲਾਉ ਕੀਤਾ। ਥੈਂਕ ਯੂ ਵੈਰੀ ਮਚ ਜੀ। ਦੂਜਾ ਮੇਰਾ ਕੁਐਸਚਨ ਹੈਗਾ ਕਿ ਇਹ ਜੋ ਗੁਰੂ ਗ੍ਰੰਥ ਸਾਹਿਬ ਸਾਡੇ ਹਨ, ਉਹਨਾਂ ਦਾ ਜੋ ਇਵੋਲਵ ਸਨਾਤਨ ਧਰਮ ਤੋਂ ਹੋਇਆ ਹੈ, ਕਿਉਂਕਿ ਕੋਈ ਸੋਸ਼ਲ ਮੀਡੀਆ ਦੇ ਲੋਕੀ ਗੱਲ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੋ ਹੈ ਇਹ ਜੋ ਹੈ ਸਨਾਤਨ ਧਰਮ ਤੋਂ ਇਵੋਲਵ ਹੋਇਆ, ਤੇ ਆਈ ਜਸਟ ਵਾਂਟ ਯੂ ਟੂ ਕਲੈਰੀਫਾਈ ਕਿ ਵਾਟ ਇਜ਼ ਦਾ ਐਕਚੁਅਲ ਫੈਕਟ ਇਜ਼। ਤੇ ਮੇਰਾ ਜੋ ਦੂਜਾ ਕੁਐਸਚਨ ਹੈਗਾ ਉਹ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਜੀ
ਦਾ ਤੇ ਵੇਦਾਂ ਦਾ ਕੀ ਰਿਲੇਸ਼ਨ ਹੈਗਾ, ਸਾਡੇ ਗੁਰੂ ਸਾਹਿਬ ਨੇ ਵੇਦਾਂ ਬਾਰੇ ਕੀ ਸਮਝਾਇਆ ਹੈ, ਤੇ ਉਹਦੇ ਉੱਤੇ ਅਗਰ ਤੁਸੀਂ ਥੋੜੀ ਰੋਸ਼ਨੀ ਪਾਓ ਤੇ that will be good। ਤੇ ਮੇਰਾ ਤੀਜਾ ਕੁਐਸਚਨ ਹੈ ਕਿ ਤੁਸੀਂ ਅੱਜ ਬੜਾ ਸੋਹਣਾ ਆਖਿਆ ਕਿ ਗੁਰੂ ਨਾਲ ਸਾਂਝ ਪਾਓ, ਤੇ ਅਗਰ ਤੁਸੀਂ ਕੋਈ ਬਾਰੇ ਕੋਈ ਟਿਪਸ ਦਿਓ ਕਿ ਗੁਰੂ ਨਾਲ ਸਾਂਝ ਕਿਸ ਤਰ੍ਹਾਂ ਪਾਈਏ in our daily life, I think that will be very helpful as well। ਪਹਿਲਾ ਪ੍ਰਸ਼ਨ ਹੈ ਜੀ ਕਿ ਸਨਾਤਨ ਧਰਮ ਦੇ ਵਿੱਚੋਂ ਕੀ ਸਿੱਖ ਧਰਮ ਪੈਦਾ ਹੋਇਆ। ਇਸ ਗੱਲ ਇਹ ਸਪਸ਼ਟ ਸਮਝ ਲਈਏ ਕਿ ਧਰਮ ਜਿਹੜਾ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਨੇ ਧਰਮ ਦੀ ਜੋ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਹੈ ਨਾ, ਮਹਾਰਾਜ ਕਹਿੰਦੇ ਧਰਮ ਵੱਖਰੇ ਵੱਖਰੇ ਨਹੀਂ ਹੁੰਦੇ, ਧਰਮ ਇੱਕੋ ਹੀ ਹੁੰਦਾ ਹੈ ਹਮੇਸ਼ਾ। ਔਰ ਉਹ ਆਦਿ ਜੁਗਾਦੀ ਇੱਕੋ ਹੀ ਧਰਮ ਚੱਲਿਆ ਆਇਆ ਜਿਹਨੂੰ ਅਸੀਂ ਮਨੁੱਖ ਦਾ ਧਰਮ ਕਹਿ ਸਕਦੇ ਹਾਂ। ਕਿ ਸਾਡਾ ਆਪਣਾ ਜੀਵਨ ਜੀ ਦਾ ਧਰਮ ਖੰਡ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਹੈ। ਮਹਾਰਾਜ ਕਹਿੰਦੇ ਉਹ ਧਰਮ ਕੀ ਹੈ, ਉਸ ਨੂੰ ਦੋ ਤੁਕਾਂ ਵਿੱਚ ਪਰਿਭਾਸ਼ਿਤ ਕੀਤਾ ਹੈ। ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਹੋਈ। ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਮਹਾਰਾਜ ਕਹਿੰਦੇ ਇੱਕੋ ਹੀ ਧਰਮ ਹੈ ਮਨੁੱਖ ਕਹਾਉਣ ਵਾਲਿਆਂ ਲਈ। ਉਹ ਕੀ ਹੈ? ਆਪਣੇ ਜੀਵਨ ਵਿੱਚ ਸੱਚ ਨੂੰ ਦ੍ਰਿੜ ਕਰਨਾ, ਤੇ ਉਸ ਸੱਚ ਨੂੰ ਦ੍ਰਿੜ ਕਰਨ ਵਾਸਤੇ ਗੁਰੂ ਦੀ ਮੱਤ ਦੀ ਅਗਵਾਈ ਜਿਹੜੀ ਹੈ ਉਹ ਪ੍ਰਾਪਤ ਕਰਨੀ। ਤੇ ਇਸ ਤਰੀਕੇ ਨਾਲ ਗੁਰੂਦੇਵ ਕਹਿੰਦੇ ਤੁਸੀਂ ਆਪਣੇ ਜੀਵਨ ਦੀ ਅਪੂਰਨਤਾ ਨੂੰ ਸੰਪੂਰਨਤਾ ਦੇ ਵਿੱਚ, ਭਾਵ ਵਾਹਿਗੁਰੂ ਜੀ ਨਾਲੋਂ ਵਿਛੋੜਿਆ ਬਣਿਆ ਹੋਇਆ ਉਸ ਨੂੰ ਵਾਹਿਗੁਰੂ ਜੀ ਦੇ ਮਿਲਾਪ ਵਿੱਚ ਬਦਲ ਸਕਦੇ ਹੋ, ਅਗਿਆਨ ਨੂੰ ਗਿਆਨ ਵਿੱਚ ਬਦਲ ਸਕਦੇ ਹੋ, ਸੁੱਖ ਨੂੰ, ਆਪਣੇ ਚਿੰਤਾ ਨੂੰ ਆਨੰਦ ਵਿੱਚ ਬਦਲ ਸਕਦੇ ਹੋ। ਇਹ ਇੱਕੋ ਇੱਕ ਮਹਾਰਾਜ ਮਨੁੱਖ ਦੇ ਜੀਵਨ ਦਾ ਧਰਮ ਹੈ, ਇਹੋ ਹੀ ਜੀਵਨ ਦਾ ਮਕਸਦ ਹੈ। ਤੇ ਇਹੋ ਹੀ ਮਹਾਰਾਜ ਕਹਿੰਦੇ ਜੇ ਤੁਸੀਂ ਸਮਝ ਕੇ ਗੁਰੂ ਦੇ ਉਪਦੇਸ਼ ਰਾਹੀਂ, ਜਿਹੜਾ ਵੀ ਤੁਹਾਡਾ ਗੁਰੂ ਹੈ, ਜਿਹੜਾ ਵੀ ਪੀਰ ਪੈਗੰਬਰ ਜਿਸ ਨੂੰ ਤੁਸੀਂ ਆਪਣਾ ਇਸ਼ਟ ਮੰਨਦੇ ਹੋ, ਉਹਦੇ ਵੱਲੋਂ ਮਿਲੇ ਹੋਏ ਉਪਦੇਸ਼ਾਂ ਦੀ ਰੋਸ਼ਨੀ ਵਿੱਚ ਉਹਦੀ ਕਮਾਈ ਕਰਦੇ ਹੋ, ਤਾਂ ਮਹਾਰਾਜ ਕਹਿੰਦੇ ਇਹ ਫਿਰ ਤੁਸੀਂ ਧਰਮੀ ਹੋ, ਫਿਰ ਤੁਸੀਂ ਧਰਮ ਨੂੰ ਅਪਣਾ ਰਹੇ ਹੋ, ਧਰਮ ਦੇ ਰਾਹ ਤੇ ਚੱਲ ਰਹੇ ਹੋ। ਹੁਣ ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਕਿ ਇਹ ਵੇਦਾਂ ਆਪਣਾ ਸਨਾਤਨ ਵਿੱਚੋਂ ਨਿਕਲਿਆ, ਕੋਈ ਧਰਮ ਕਿਸੇ ਵਿੱਚੋਂ ਨਹੀਂ ਨਿਕਲਿਆ ਹੁੰਦਾ ਕਦੀ ਵੀ। ਉਹ ਧਾਰਮਿਕ ਜੀਵਨ ਯੁਗਤ ਹੁੰਦੀ ਹੈ। ਧਰਮ ਤੇ ਇੱਕੋ ਹੀ ਹੈ, ਪਰ ਉਸ ਧਰਮ ਤੱਕ ਪਹੁੰਚਣ ਲਈ ਇੱਕ ਧਾਰਮਿਕ ਜੀਵਨ ਯੁਗਤ ਹੁੰਦੀ ਹੈ, ਇੱਕ ਜੀਵਨ ਢੰਗ ਹੁੰਦਾ ਹੈ ਜਿਹੜਾ ਜਿਸ ਇਸ਼ਟ ਨਾਲ ਤੁਸੀਂ ਜੁੜਦੇ ਹੋ ਉਹਦੇ ਕੋਲੋਂ ਤੁਹਾਨੂੰ ਪ੍ਰਾਪਤ ਹੁੰਦਾ ਹੈ। ਤੇ ਉਹ ਕੋਈ ਵੀ ਦੁਨੀਆ ਦਾ ਪੀਰ ਪੈਗੰਬਰ ਜਿਹੜਾ ਹੈ ਉਹ ਇਹ ਨਹੀਂ ਕਹਿੰਦਾ ਕਿ ਜੋ ਮੈਂ ਆਖ ਰਿਹਾ ਬਸ ਉਹੋ ਹੀ ਸਭ ਕੁਝ ਹੈ, ਨਾ ਮੇਰੇ ਤੋਂ ਪਹਿਲਾਂ ਕੋਈ ਆਖ ਸਕਿਆ, ਨਾ ਮੇਰੇ ਤੋਂ ਬਾਅਦ ਕੋਈ ਆਖ ਸਕਿਆ। ਇਹ ਜਿਹੜੇ ਸਹੀ ਅਰਥਾਂ ਵਿੱਚ ਸਤਿਗੁਰੂ ਹੈ, ਜਾਂ ਸਹੀ ਅਰਥਾਂ ਵਿੱਚ ਕੋਈ ਪੈਗੰਬਰ ਹੈ, ਸਹੀ ਅਰਥਾਂ ਵਿੱਚ ਕੋਈ ਬ੍ਰਹਮ ਗਿਆਨੀ ਹੈ, ਉਹ ਕਦੀ ਵੀ ਇਸ ਤਰ੍ਹਾਂ ਦੀ ਭਾਸ਼ਾ ਵਿੱਚ ਨਹੀਂ ਬੋਲੇਗਾ ਕਿ ਮੇਰੇ ਤੋਂ ਪਹਿਲਾਂ ਤਾਂ ਕੁਝ ਨਹੀਂ ਸੀ ਤੇ ਮੈਂ ਹੁਣ ਜੋ ਕੁਝ ਕਰ ਰਿਹਾ ਇਹ ਅੰਤਮ ਸੱਚ ਹੈ। ਇਸ ਤਰ੍ਹਾਂ ਨਹੀਂ ਹੈ। ਗੁਰੂ ਸਾਹਿਬ ਬਾਣੀ ਵਿੱਚ ਇਹੀ ਕਹਿੰਦੇ ਆ ਕਿ ਮੇਰੇ ਤੋਂ ਪਹਿਲਾਂ ਵੀ ਇਸ ਸੰਸਾਰ ਦੇ ਵਿੱਚ ਮਹਾਪੁਰਸ਼ ਹੋਏ ਨੇ, ਉਹਨਾਂ ਨੇ ਬਹੁਤ ਗਿਆਨ ਵੰਡਿਆ ਹੈ, ਪਰ ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਝੁਕਾਉਣ ਦੀ ਬਜਾਏ, ਅਮਲਾਉਣ ਦੀ ਬਜਾਏ ਕਰਮ ਕਾਂਡ ਬਣਾ ਕੇ ਉਹਦਾ ਵਪਾਰੀ ਰੂਪ ਬਣਾਤਾ ਮੌਕਾ ਪ੍ਰਸਤ ਲੋਕਾਂ ਨੇ, ਧਰਮ ਦੇ ਪੁਜਾਰੀ ਕਹਾਉਣ ਵਾਲਿਆਂ ਨੇ, ਤੇ ਉਸ ਦਾ ਨਾਜਾਇਜ਼ ਫਾਇਦਾ ਉਠਾ ਕੇ ਕਰਮਕਾਂਡੀ ਰੂਪ ਦੇਤਾ। ਜਿੱਦਾਂ ਹੁਣ ਮਨੂਵਾਦ ਦੀ ਗੱਲ ਚੱਲਦੀ ਸੀ, ਇਹ ਵੀ ਪਾਤਾਂ ਦਾ, ਵਖਰੇਵਿਆਂ ਦਾ ਰਿਸ਼ੀਆਂ ਮੁਨੀਆਂ ਨੇ ਇਸ ਤਰ੍ਹਾਂ ਜ਼ਿਕਰ ਨਹੀਂ ਸੀ ਕੀਤਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਰਿਸ਼ੀਆਂ ਮੁਨੀਆਂ ਦੇ ਉਪਦੇਸ਼ਾਂ ਨੂੰ ਜਿਹੜਾ ਵੇਦਾਂ ਵਿੱਚ ਮਿਲਦਾ ਹੈ, ਉੱਥੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿਆਂ ਕਿ ਵੇਦਾਂ ਦੇ ਵਿੱਚ, ਰਿਗਵੇਦ ਦੇ ਵਿੱਚ ਜਿਹੜੇ ਉਪਦੇਸ਼ ਨੇ, ਉਹਨਾਂ ਉਪਦੇਸ਼ਾਂ ਨੂੰ ਦੇਣ ਵਾਲੇ ਜਿਹੜੇ ਰਿਸ਼ੀ ਨੇ ਨਾ, ਉਹ ਸਾਰੇ ਹੀ ਮੇਲ ਨਹੀਂ ਹਨ। ਉਹਦੇ ਵਿੱਚ ਇਸਤਰੀ ਰਿਸ਼ੀ ਵੀ ਹੈਗੀਆਂ ਨੇ, ਰਤੰਬਰਾ, ਰੰਭਾ, ਇਹ ਅੰਬਾ, ਇਹ ਨਾਮ ਉਹਨਾਂ ਇਸਤਰੀ ਰਿਸ਼ੀਆਂ ਦੇ ਨੇ ਜਿਹੜੀਆਂ ਬ੍ਰਹਮ ਵੇਤਾ ਬਣ ਕੇ, ਬ੍ਰਹਮ ਗਿਆਨੀ ਬਣ ਕੇ ਵਾਹਿਗੁਰੂ ਜੀ ਦੇ ਨਾਲ ਲਿਵਲੀਨ ਹੋਈਆਂ, ਤੇ ਉਹਨਾਂ ਨੇ ਜੋ ਉਪਦੇਸ਼ ਦਿੱਤੇ ਉਹ ਵੇਦਾਂ ਵਿੱਚ ਦਰਜ ਨੇ। ਪਰ ਇੱਕ ਸਮਾਂ ਆਇਆ, ਅਖੌਤੀ ਪੁਜਾਰੀਆਂ ਨੇ ਵੇਦਾਂ ਨੂੰ ਇਸ ਤਰੀਕੇ ਨਾਲ ਉਹਦੇ ਅਰਥ ਕੀਤੇ ਕਿ ਉਹਦੇ ਵਿੱਚੋਂ ਮਨੂਵਾਦ ਨਿਕਲਿਆ, ਤੇ ਇਸਤਰੀ ਨੂੰ ਵੇਦ ਪੜ੍ਹਨ ਦਾ ਵੀ ਹੱਕ ਨਹੀਂ ਰਿਹਾ। ਅੱਜ ਵੀ ਇਹ ਹਾਲਤ ਜਿਹੜੀ ਹੈ ਉਹ ਹੈਗੀ ਹੈ ਕਿ ਇਸਤਰੀ ਜਿਹੜੀ ਹੈ ਉਹ ਵੇਦ ਉਚਾਰਨ ਕਰਨ ਦੀ ਹੱਕਦਾਰ ਨਹੀਂ ਹੈ। ਹਾਲਾਂਕਿ ਵੇਦਾਂ ਦੇ ਵਿੱਚ ਇਸਤਰੀਆਂ ਦੇ ਉਪਦੇਸ਼ ਪਏ ਨੇ, ਪਰ ਤਮਾਸ਼ਾ ਇਹ ਬਣਾਤਾ ਗਿਆ। ਤਾਂ ਉਹ ਫਿਰ ਕੀ ਹੋਇਆ ਕਿ ਵੇਦਾਂ
ਦਾ ਜਦੋਂ ਇਹੋ ਜਿਹਾ ਕਰੂਪ ਰੂਪ ਸਾਹਮਣੇ ਆਇਆ, ਵਪਾਰਕ ਰੂਪ ਸਾਹਮਣੇ ਆਇਆ, ਤੇ ਉਹਦੇ ਵਿੱਚੋਂ ਫਿਰ ਸਮਾਂ ਆਇਆ ਕਿ ਰਿਸ਼ੀ ਆਏ, ਜਿਨ੍ਹਾਂ ਰਿਸ਼ੀਆਂ ਨੇ ਉਪਨਿਸ਼ਦ ਉਚਾਰਨ ਕੀਤੇ, ਜਿਨ੍ਹਾਂ ਨੂੰ ਵੇਦਾਂਤ ਆਖਿਆ ਜਾਂਦਾ ਹੈ। ਉਹਦੇ ਵਿੱਚ ਫਿਰ ਆ ਜਿਹੜਾ ਕਰਮ ਕਾਂਡ, ਆ ਵਪਾਰਕ ਬਿਰਤੀਆਂ ਵਾਲਾ ਜਿਹੜਾ ਪੁੱਠਾ ਸਿੱਧਾ ਕੰਮ ਸੀ ਰਿਸ਼ੀਆਂ ਵੱਲੋਂ ਦਿੱਤੇ ਹੋਏ ਉਪਦੇਸ਼ਾਂ ਦਾ, ਉਹਨੂੰ ਠੀਕ ਤਰੀਕੇ ਨਾਲ ਪੇਸ਼ ਕਰਨ ਦਾ ਉਦਮ ਉਪਨਿਸ਼ਦਾਂ ਰਾਹੀਂ ਹੋਇਆ। ਪਰ ਫਿਰ ਇੱਕ ਸਮਾਂ ਆਇਆ ਜਦੋਂ ਸਿਮਰਤੀਆਂ ਹਾਵੀ ਹੋ ਗਈਆਂ ਤੇ ਜਾਤ ਪਾਤ ਦਾ ਵਖਰੇਵਾਂ ਫਿਰ ਆਇਆ, ਧਰਮ ਦੇ ਨਾਮ ਤੇ, ਰੱਬ ਦੇ ਨਾਮ ਤੇ ਫਿਰ ਖੋਹਾ ਖਿੰਜੀ, ਵੰਡ ਵੰਡੇਵੇਂ ਤੇ ਵਖਰੇਵੇਂ ਪੈਦਾ ਕੀਤੇ ਗਏ, ਔਰ ਇੰਨੇ ਜ਼ਿਆਦਾ ਉਹ ਨਿਰਲੱਜ ਹੋ ਕੇ ਕੀਤੇ ਗਏ ਕਿ ਮਨੁੱਖ ਨੂੰ ਮਨੁੱਖ ਹੀ ਨਹੀਂ ਰਹਿਣ ਦਿੱਤਾ ਗਿਆ, ਉਹਦੇ ਕੋਲ ਮਨੁੱਖ ਹੋਣ ਦਾ ਹੱਕ ਵੀ ਖੋਲਿਆ ਗਿਆ। ਤਾਂ ਫਿਰ ਭਗਤ ਉੱਠੇ, ਭਗਤ ਅੰਦੋਲਨ ਚੱਲਿਆ। ਉਹਨਾਂ ਨੇ ਉਹ ਸਾਰੇ ਕਰਮਕਾਂਡ ਦੀ ਨਿਖੇਧੀ ਕੀਤੀ ਜਿਹੜਾ ਕਿ ਪ੍ਰਚਲਿਤ ਹੋ ਗਿਆ ਸੀਗਾ। ਇਹ ਭਗਤ ਕਬੀਰ ਜੀ ਦੀ ਬਾਣੀ 'ਚ, ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ, ਹੋਰ ਭਗਤਾਂ ਦੀ ਬਾਣੀ 'ਚ ਸਾਨੂੰ ਮਿਲਦਾ।